ਪਦ ਵਿਚਾਰ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਸਤਤ ਵਿੱਚ ਭੱਟ ਸਹਿਬਾਨ ਵੱਲੋਂ ਸਵਈਏ ਰੂਪ ਵਿੱਚ ਜੋ ਅੰਮ੍ਰਿਤਮਈ ਬਚਨ ਉਚਾਰਨ ਕੀਤੇ, ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ ਹੈ। ਅੱਜ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਭੱਟ ਸਹਿਬਾਨ ਗੁਰੂ ਸਾਹਿਬ ਜੀ ਦੀ ਵਡਿਆਈ ਕਰਦਿਆਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇਕ ਓੰਕਾਰ ਸਤ ਗੁਰ ਪ੍ਰਸਾਦ। ਗੁਰੂ ਸਮਰੱਥ ਗਹਿ ਕਰੀਆ, ਧਰੁਵ ਬੁੱਧ ਸਮਤ ਸਮਾਹਰਣ ਕੋ। ਹੁਨ ਧਰਮ ਤੁਝਾ ਫਹਰੰਤ ਸਦਾ, ਅਘ ਪੁੰਜ ਤਰੰਗ ਨਿਵਾਰਣ ਕੋ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। 11 ਭੱਟ ਜੋ ਸਤਿਗੁਰੂ ਪਾਤਸ਼ਾਹ ਜੀ ਦੀ ਉਸਤਤ ਵਡਿਆਈ ਕਰਦੇ ਨੇ, ਜਿਨ੍ਹਾਂ ਦੇ ਵਿੱਚੋਂ ਦੀ ਭੱਟ ਮਥੁਰਾ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਪਾਵਨ ਬਚਨ ਉਚਾਰਨ ਕਰਦੇ ਨੇ, ਜੋ ਅੱਜ ਆਪ ਜੀ ਨੇ ਪਾਠ ਸਰਵਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1404 ਦੇ ਉੱਪਰ ਸੁਭਾਈਮਾਨ ਹੈ। ਭੱਟ ਜੀ ਗੁਰੂ ਸਾਹਿਬ ਜੀ ਦੀ ਉਸਤਤ ਕਰਦਿਆਂ ਹੋਇਆਂ ਕਿਰਪਾ ਕਰਦੇ ਨੇ, ਗੁਰੂ ਸਮਰੱਥ ਗਹਿ ਕਰੀਆ, ਧਰੁਵ ਬੁੱਧ ਸਮਤ ਸੰਭਾਰਨ ਕਉ। ਸਭ ਤੋਂ ਪਹਿਲਾਂ ਕਿ ਜਿਸ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੁੜੇ ਹਾਂ, ਉਹ ਗੁਰੂ ਸਮਰੱਥ ਹੈ, ਹਰ ਪੱਖ ਤੋਂ ਸਮਰੱਥ ਹੈ। ਕਿਸੇ ਵਿੱਚ ਇੱਕ ਕਲਾ, ਕਿਸੇ ਵਿੱਚ ਦੋ, ਕਿਸੇ 'ਚ ਚਾਰ, ਪਰ ਜਿਸ ਸਤਿਗੁਰੂ ਦੇ ਚਰਨਾਂ ਵਿੱਚ ਜੁੜੇ ਹਾਂ, ਉਹ ਸਰਬ ਕਲਾ ਸਮਰੱਥ ਹੈ, ਹਰ ਪੱਖ ਤੋਂ ਪੂਰਾ ਹੈ, ਕਿਤੋਂ ਵੀ ਅਧੂਰਾ ਨਹੀਂ। ਤੇ ਪੂਰੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਹੀ ਅਸੀਂ ਪੂਰੀਆਂ ਬਖਸ਼ਿਸ਼ਾਂ ਜਿਹੜੀਆਂ ਜੀਵਨ ਵਿੱਚ ਸਾਨੂੰ ਆਤਮਿਕ ਤਲ ਤੇ ਚਾਹੀਦੀਆਂ ਨੇ, ਉਹਦੀ ਅਸੀਂ ਪ੍ਰਾਪਤੀ ਕਰ ਸਕਦੇ ਹਾਂ। ਇਸ ਲਈ ਗੁਰੂ ਸਮਰੱਥ ਜਿਹੜਾ ਹੈ, ਉਹ ਸਮਰੱਥ ਗੁਰੂ ਦੇ ਗਿਆਨ ਦਾ ਪੱਲਾ ਜਿਹੜਾ ਹੈ ਉਹ ਪਕੜਿਆ। ਕਿਉਂ ਗੁਰੂ ਸਾਹਿਬ ਜੀ ਦੇ ਗਿਆਨ ਦਾ ਪੱਲਾ ਪਕੜਿਆ? ਆਪਣੇ ਅੰਦਰ ਅਡੋਲਤਾ ਬਣਾਉਣ ਵਾਸਤੇ। ਸਤਿਗੁਰੂ ਜਿਸ ਗੁਰੂ ਕੋਲ ਆਏ ਹਾਂ, ਉਹ ਅਡੋਲ ਹੈ, ਕਦੇ ਵੀ ਨਾ ਡੋਲਣ ਵਾਲਾ, ਔਰ ਨਾ ਹੀ ਸਾਨੂੰ ਕਦੇ ਉਹ ਡੋਲਣ ਦਿੰਦਾ ਹੈ। ਸਮਾਂ ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਆਵੇ, ਸੌਖਾ ਆਵੇ, ਔਖਾ ਆਵੇ,
ਪਰ ਸਮਰੱਥ ਗੁਰੂ ਦਾ ਆਸਰਾ ਜੇ ਅਸੀਂ ਪਕੜਿਆ, ਆਸਰਾ ਅਸੀਂ ਲਿਆ, ਤੇ ਫਿਰ ਉਹ ਸਾਨੂੰ ਡੋਲਣ ਨਹੀਂ ਦਿੰਦਾ। ਇਸ ਲਈ ਕਹਿ ਰਹੇ ਨੇ ਕਿ ਸਮਰੱਥ ਗੁਰੂ ਦਾ ਆਸਰਾ ਜਿਹੜਾ ਲਿਆ ਹੈ ਉਹ ਆਪਣੇ ਅੰਦਰ ਨੂੰ ਅਡੋਲ ਰੱਖਣ ਵਾਸਤੇ, ਆਪਣੀ ਬੁੱਧ ਨੂੰ, ਆਪਣੀ ਅਕਲ ਨੂੰ ਅੰਦਰ ਟਿਕਾਉਣ ਵਾਸਤੇ, ਔਰ ਚੰਗੀ ਮੱਤ ਜਿਹੜੀ ਹੈ ਅੰਦਰ ਉਹਨੂੰ ਸੰਭਾਲਣ ਵਾਸਤੇ ਸਮਰੱਥ ਗੁਰੂ ਸਾਹਿਬ ਜੀ ਦਾ ਆਸਰਾ ਜਿਹੜਾ ਉਹ ਲਿਆ ਹੈ। ਜੋ ਇਹਦੇ ਵਿੱਚ ਆਪਾਂ ਸਮਝਣਾ ਕਿ ਧਰੁਵ ਬੁੱਧ ਸੁਮਤ ਸੰਭਾਰਨ ਕਉ, ਕਉ ਦਾ ਅਰਥ ਹੁੰਦਾ ਨੂੰ। ਕੋਈ ਪੁੱਛੇ ਕਿ ਤੂੰ ਸਮਰੱਥ ਗੁਰੂ ਦੇ ਦਰ ਤੇ ਕਿਉਂ ਜਾਂਦਾ ਹੈ? ਦੁਨੀਆ ਦੇ ਵਿੱਚ ਬਹੁਤ ਥਾਵਾਂ ਨੇ, ਬਹੁਤ ਤਰ੍ਹਾਂ ਦੇ ਗਿਆਨ ਦੇਣ ਵਾਲੇ ਗੁਰੂ ਨੇ, ਪਰ ਤੂੰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿਉਂ ਜਾਂਦਾ? ਜੇ ਸਾਨੂੰ ਕੋਈ ਪੁੱਛੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾ ਕੇ ਕਿਉਂ ਜੁੜਦਾ ਹੈ, ਜਾਂ ਗੁਰਬਾਣੀ ਦਾ ਹੀ ਗਿਆਨ ਦਾ ਆਸਰਾ ਕਿਉਂ? ਦੋ ਗੱਲਾਂ ਫਿਰ ਇੱਥੇ ਅਸੀਂ ਜਿਹੜਾ ਉਹ ਅਸੀਂ ਜਵਾਬ ਦੇਵਾਂਗੇ ਕਿ ਇੱਕ ਤਾਂ ਜਿਸ ਦੇ ਕੋਲ ਆਇਆ ਉਹ ਸਮਰੱਥ ਹੈ, ਔਰ ਦੂਸਰੀ ਗੱਲ ਅੰਦਰ ਜਿਹੜਾ ਭਾਂਡਾ ਹਰ ਵੇਲੇ ਡੋਲਦਾ ਰਹਿੰਦਾ ਹੈ। ਅੰਦਰ ਪਤਾ ਹੀ ਨਹੀਂ ਕਿਹੜੇ ਵੇਲੇ ਇਹ ਮੱਤ ਕੁਮੱਤ ਵਿੱਚ ਬਦਲ ਜਾਣੀ ਹੈ, ਕਦੋਂ ਇਸ ਮੱਤ ਦੇ ਵਿੱਚ ਭੈੜੀ ਮੱਤ ਨੇ ਆ ਕੇ ਰਲ ਜਾਣਾ, ਕਿਉਂਕਿ ਸਮਾਜ ਦਾ ਮਾਹੌਲ, ਸੰਸਾਰ ਦਾ ਮਾਹੌਲ ਐਸਾ ਹੈ। ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹਨੂੰ ਗ੍ਰਹਿਣ ਕਰਨਾ ਨਹੀਂ ਪੈਂਦਾ, ਆਪਣੇ ਆਪ ਗ੍ਰਹਿਣ ਹੋ ਜਾਂਦੀਆਂ ਨੇ। ਜਿਹਨੂੰ ਪ੍ਰਾਪਤ ਕਰਨਾ ਨਹੀਂ ਪੈਂਦਾ, ਆਪਣੇ ਆਪ ਹੀ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਤੁਸੀਂ ਕਿਸੇ ਗੰਦਗੀ ਦੇ ਢੇਰ ਕੋਲੋਂ ਲੰਘੋਗੇ, ਪਰ ਤੁਸੀਂ ਤਾਂ ਕਿਹਾ ਹੀ ਨਹੀਂ ਕਿ ਇੱਥੋਂ ਦੀ ਜੋ ਬਦਬੂ ਹੈ ਉਹ ਮੈਨੂੰ ਮਿਲੇ ਜਾਂ ਨਾ ਮਿਲੇ, ਪਰ ਤੁਸੀਂ ਉੱਥੋਂ ਕੋਲੋਂ ਲੰਘੋਗੇ, ਉਹ ਤੁਹਾਨੂੰ ਆਪਣੇ ਆਪ ਹੀ ਉਹਦੀ ਦੁਰਗੰਧ ਆਉਣੀ ਸ਼ੁਰੂ ਹੋ ਜਾਏਗੀ। ਤੁਸੀਂ ਫੁੱਲਾਂ ਦੇ ਬਗੀਚੇ ਦੇ ਕੋਲੋਂ ਦੀ ਲੰਘੇ, ਤੁਸੀਂ ਨਹੀਂ ਆਖਿਆ ਵੀ ਮੈਨੂੰ ਇੱਥੋਂ ਦੀ ਖੁਸ਼ਬੂ, ਮਹਿਕ ਫੁੱਲਾਂ ਦੀ ਚਾਹੀਦੀ ਆ ਜਾਂ ਨਹੀਂ ਚਾਹੀਦੀ। ਤੁਸੀਂ ਉੱਥੋਂ ਦੀ ਕੋਲੋਂ ਲੰਘੋਗੇ, ਆਪਣੇ ਆਪ ਤੁਹਾਨੂੰ ਉੱਥੋਂ ਦੀ ਖੁਸ਼ਬੂ ਫੁੱਲਾਂ ਦੀ ਆਉਣੀ ਸ਼ੁਰੂ ਹੋ ਜਾਏਗੀ। ਪਰ ਅਸੀਂ ਤੇ ਨਹੀਂ ਚਾਹਿਆ, ਪਰ ਜਦੋਂ ਕੋਲੋਂ ਲੰਘੇ ਆ ਆਪਣੇ ਆਪ ਖੁਸ਼ਬੂ ਆਉਣ ਲੱਗ ਪਈ। ਗੰਦਗੀ ਦੇ ਕੋਲੋਂ ਲੰਘੇ ਆ ਤਾਂ ਦੁਰਗੰਧ, ਭੈੜੀ ਬਦਬੂ ਆਪਣੇ ਆਪ ਆਉਣ ਲੱਗ ਪਈ। ਕਿਸੇ ਵੀ ਅਸੀਂ ਗਰਮ ਅਸਥਾਨ ਤੋਂ ਕੋਲੋਂ ਲੰਘਾਂਗੇ ਤੇ ਉੱਥੋਂ ਦੀ ਤਪਸ਼ ਆਪਣੇ ਆਪ ਸਾਨੂੰ ਮਹਿਸੂਸ, ਠੰਡੇ ਇਲਾਕੇ ਵਿੱਚ ਅਸੀਂ ਕਿਸੇ ਠੰਡੇ ਇਲਾਕੇ ਚੋਂ ਗੁਜ਼ਰਾਂਗੇ ਤੇ ਉੱਥੇ ਦੀ ਠੰਡਕ ਸਾਨੂੰ ਆਪਣੇ ਆਪ ਮਿਲ ਜਾਏਗੀ। ਕੁਝ ਐਸੀਆਂ ਚੀਜ਼ਾਂ ਨੇ ਜਿਹਨੂੰ ਅਸੀਂ ਗ੍ਰਹਿਣ ਨਹੀਂ ਕਰਦੇ, ਪਰ ਆਪਣੇ ਆਪ ਹੀ ਉਹਦਾ ਪ੍ਰਭਾਵ ਸਾਡੇ ਤੇ ਪੈ ਜਾਂਦਾ ਹੈ। ਹੁਣ ਇਹ ਸੰਸਾਰ ਕੀ ਹੈ? ਇਹ ਸੰਸਾਰ ਦਾ ਮਾਹੌਲ ਕੀ ਹੈ? ਸੰਸਾਰ ਦੇ ਵਿੱਚ ਚਾਰੇ ਪਾਸੇ ਕੂੜ ਦਾ ਬੋਲ ਬਾਲਾ ਹੈ, ਬੁਰਾਈਆਂ ਦਾ ਬੋਲ ਬਾਲਾ ਹੈ, ਪਾਪ ਦਾ ਬੋਲ ਬਾਲਾ ਹੈ, ਵਿਕਾਰਾਂ ਦਾ ਬੋਲ ਬਾਲਾ ਇਸ ਸੰਸਾਰ ਵਿੱਚ ਹੈ। ਜਦੋਂ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ ਤੇ ਬੁਰਾਈਆਂ ਆਪਣੇ ਆਪ ਸਾਡੇ ਅੰਦਰ ਗ੍ਰਹਿਣ ਕਰਦੀਆਂ। ਹਾਂ, ਉਹਦੇ ਤੋਂ ਬਚਣ ਵਾਸਤੇ ਅਸੀਂ ਯਤਨ ਕਰਨਾ ਹੈ, ਕਿਉਂਕਿ ਪਤਾ ਹੈ ਕਿ ਇਹ ਬੁਰਾਈਆਂ ਸਾਡੇ ਮਨ ਨੂੰ ਬਦੋ-ਬਦੀ ਚੰਚਲ ਕਰਦੀਆਂ ਨੇ। ਸਾਡਾ ਮਨ ਜਿਹੜਾ ਇਹਦੇ ਵਿੱਚ ਦੁਨੀਆ ਦੇ ਰੰਗਾਂ ਵਿੱਚ ਆਪਣੇ ਆਪ ਹੀ ਰੰਗਿਆ ਜਾਂਦਾ ਹੈ। ਹੁਣ ਬੱਚਾ, ਇੱਕ ਛੋਟਾ ਜਿਹਾ ਬੱਚਾ, ਉਹਨੂੰ ਕਿਸੇ ਨੇ ਨਹੀਂ ਸਿਖਾਇਆ, ਪਰ ਉਹ ਦੁਨੀਆ ਦੀਆਂ ਕਈ ਐਸੀਆਂ ਗੱਲਾਂ ਨੇ ਜਿਹੜੀਆਂ ਬੱਚਾ ਆਪਣੇ ਆਪ ਹੀ ਗ੍ਰਹਿਣ ਕਰਦਾ ਜਾਂਦਾ ਹੈ। ਨਾ ਉਹਨੂੰ ਕਿਸੇ ਨੇ ਦੱਸਿਆ, ਨਾ ਕਿਸੇ ਨੇ ਸਿਖਾਇਆ, ਪਰ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਦੇ ਮਾਹੌਲ ਵਿੱਚ ਰਹਿੰਦਾ ਹੈ, ਉੱਥੋਂ ਦਾ ਪ੍ਰਭਾਵ, ਅਸਰ ਉਹਦੇ ਤੇ ਉਦਾਂ ਦਾ ਹੀ ਪੈ ਜਾਂਦਾ ਹੈ। ਬੁਰਾਈਆਂ ਦਾ ਜਿਹੜਾ ਸਾਡੇ ਤੇ ਅਸਰ, ਅਸੀਂ ਸੰਸਾਰ ਵਿੱਚ ਰਹਿੰਦੇ ਹਾਂ, ਇਹਦਾ ਅਸਰ ਆਪਣੇ ਆਪ ਪੈਂਦਾ ਹੈ।
ਜਿਹੜੇ ਸੰਸਾਰ ਵਿੱਚ ਹੁਣ ਮੰਨ ਲਓ ਕੋਈ ਕਿਸੇ ਨੇ ਨਵਾਂ ਫੈਸ਼ਨ ਸਮਾਜ ਦੇ ਵਿੱਚ ਲਿਆ ਕੇ ਉਹਦਾ ਵਿਸਥਾਰ ਕਰਨਾ ਹੈ, ਬਸ ਇੱਕ ਵਾਰੀ ਦਿਖਾਉਣ ਦੀ ਲੋੜ ਹੈ, ਦੇਖੋ ਦੇਖੀ ਸਾਰੇ ਹੀ ਉਹਨੂੰ ਧਾਰਨ ਕਰ ਲੈਂਦੇ ਨੇ। ਇਸੇ ਤਰ੍ਹਾਂ ਸੰਸਾਰ ਬੁਰਾਈਆਂ ਦੇ ਨਾਲ ਭਰਿਆ, ਪਾਪ ਨਾਲ, ਕੂੜ ਨਾਲ ਭਰਿਆ ਹੋਇਆ ਹੈ। ਤਾਈਂ ਤੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ ਕਿ ਇਹ ਸੰਸਾਰ ਕੀ ਹੈ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕਹਿੰਦੇ ਨੇ ਇੱਥੇ ਅਗਵਾਈ ਜਿਹੜੀ ਹੈ ਉਹ ਕੂੜ ਦੀ ਹੈ, ਅਗਵਾਈ ਜਿਹੜੀ ਹੈ ਉਹ ਝੂਠ ਦੀ ਹੈ, ਅਗਵਾਈ ਜਿਹੜੀ ਹੈ ਉਹ ਬੁਰਾਈ ਦੀ ਹੈ। ਚਲਦਿਆਂ ਚਲਦਿਆਂ ਅਡੋਲਤਾ ਜਿਹੜੀ ਹੈ ਉਹ ਨਹੀਂ ਬਣਦੀ, ਬਦੋ ਬਦੀ ਮਨ ਡੋਲਦਾ ਹੈ। ਬਦੋ ਬਦੀ ਮਨ ਵਿੱਚ ਚੰਚਲਤਾਈਆਂ, ਵਿਕਾਰ ਜਿਹੜੇ ਨੇ ਇਹ ਆਉਂਦੇ ਨੇ। ਹੁਣ ਇਹਦੇ ਤੋਂ ਬਚਣ ਵਾਸਤੇ, ਅਡੋਲ ਰਹਿਣ ਵਾਸਤੇ, ਬੁਰਾਈਆਂ ਦੇ ਪ੍ਰਭਾਵ ਤੋਂ ਬਚਣ ਵਾਸਤੇ ਕੀ ਕਰਨਾ ਹੈ? ਅਸੀਂ ਸਮਰੱਥ ਗੁਰੂ ਦਾ ਆਸਰਾ ਲੈਣਾ ਹੈ। ਸਮਰੱਥ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਅਸੀਂ ਜੁੜਨਾ, ਸਮਰੱਥ ਗੁਰੂ ਦੇ ਗਿਆਨ ਦਾ ਆਸਰਾ ਲੈਣਾ। ਅਗਿਆਨਤਾ ਤੇ ਬਹੁਤ ਹੈ, ਅਗਿਆਨਤਾ ਦਾ ਹਨੇਰਾ ਤੇ ਚਾਰ ਸ਼ਫੇਰੇ ਫੈਲਿਆ ਹੋਇਆ ਹੈ, ਔਰ ਅਗਿਆਨਤਾ ਦੇ ਹਨੇਰੇ ਕਰਕੇ ਹੀ ਮਾਰ ਪੈਂਦੀ ਹੈ, ਦੁੱਖ ਸਹਿਣੇ ਪੈਂਦੇ ਨੇ, ਠੋਕਰਾਂ ਖਾਣੀਆਂ ਪੈਂਦੀਆਂ ਨੇ। ਇਸ ਅਗਿਆਨਤਾ ਦੇ ਹਨੇਰੇ ਦੇ ਅੰਦਰ ਸਾਨੂੰ ਗਿਆਨ ਦੀ ਰੋਸ਼ਨੀ ਚਾਹੀਦੀ ਹੈ। ਅਗਿਆਨਤਾ ਦੇ ਹਨੇਰੇ ਦੇ ਵਿੱਚ ਸਾਨੂੰ ਗਿਆਨ ਦਾ ਪ੍ਰਕਾਸ਼ ਚਾਹੀਦਾ ਹੈ। ਤੇ ਜੇ ਬਾਹਰ ਦੇ ਸੂਰਜ ਦਾ ਪ੍ਰਕਾਸ਼ ਕੰਮ ਆ ਜਾਂਦਾ, ਫਿਰ ਵੀ ਸਾਨੂੰ ਸਮਰੱਥ ਗੁਰੂ ਦੀ ਲੋੜ ਨਹੀਂ ਸੀ ਪੈਣੀ। ਪਰ ਬਾਹਰ ਦਾ ਸੂਰਜ ਵੀ ਜਿਹੜਾ ਇਹਦਾ ਪ੍ਰਕਾਸ਼ ਸਾਡੇ ਅਗਿਆਨਤਾ ਦੇ ਹਨੇਰੇ ਨੂੰ ਕੱਟ ਨਹੀਂ ਸਕਿਆ। ਸੂਰਜ ਚੜ੍ਹਿਆ ਤੇ ਚੜ੍ਹਦੇ ਸੂਰਜ ਦੇ ਰੋਸ਼ਨੀ ਵਿੱਚ ਲੋਕ ਜਿਹੜੇ ਨੇ ਕਰਮ ਕਾਂਡ ਕਰਨੇ ਸ਼ੁਰੂ ਕਰ ਦਿੰਦੇ ਨੇ। ਹੁਣ ਦਿਨ ਦਾ ਉਜਾਲਾ ਬਿਲਕੁਲ ਚਿੱਟਾ ਆਸਮਾਨ ਤੇ ਇਹ ਸੰਸਾਰ ਜਿਹੜਾ ਦਿਖਾਈ ਦਿੰਦਾ, ਰਾਤ ਦਾ ਹਨੇਰਾ ਬਿਲਕੁਲ ਖਤਮ ਹੋ ਗਿਆ, ਚਾਰੇ ਪਾਸੇ ਉਜਾਲਾ ਹੀ ਉਜਾਲਾ ਹੋ ਗਿਆ। ਪਰ ਮਨਾਂ ਵਿੱਚ ਤੇ ਹਜੇ ਵੀ ਅਗਿਆਨਤਾ ਦਾ ਹਨੇਰਾ ਹੈ। ਹਜੇ ਵੀ ਦਿਨ ਦਿਹਾੜੇ ਬੰਦਾ ਕਰਮ ਕਾਂਡ ਕਰਦਾ ਨਜ਼ਰ ਆਉਂਦਾ ਹੈ, ਵਹਿਮ ਭਰਮ ਚ ਪਿਆ। ਇਹਦਾ ਮਤਲਬ ਜਿਹੜਾ ਅਗਿਆਨਤਾ ਦਾ ਹਨੇਰਾ ਸੀ ਉਹ ਸੂਰਜ ਦਾ ਪ੍ਰਕਾਸ਼ ਨਹੀਂ ਕੱਟ ਸਕਿਆ। ਉਹਦੇ ਲਈ ਫਿਰ ਸਾਨੂੰ ਸਮਰੱਥ ਗੁਰੂ ਕੋਲ ਆਉਣਾ ਪਏਗਾ, ਕਿਉਂਕਿ ਸਮਰੱਥ ਗੁਰੂ ਦਾ ਪੱਲਾ ਪਕੜਾਂਗੇ ਤਾਂ ਗੁਰੂ ਸਾਹਿਬ ਸਾਨੂੰ ਗਿਆਨ ਦਿੰਦੇ ਨੇ, ਉਹ ਗਿਆਨ ਜਿਹਨੇ ਅਗਿਆਨਤਾ ਨੂੰ ਕੱਟ ਦੇਣਾ ਹੈ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਜਿਹੜਾ ਅਗਿਆਨਤਾ ਦਾ ਹਨੇਰਾ, ਔਰ ਧਿਆਨ ਰੱਖਣਾ ਇਹ ਬਾਹਰ ਦਾ ਚਾਨਣ ਤੇ ਬਾਹਰ ਦਾ ਹਨੇਰਾ ਨਹੀਂ, ਇਹ ਸਾਡੇ ਮਨ ਉੱਤੇ ਪਿਆ ਹੋਇਆ ਜਿਹੜਾ ਅਗਿਆਨਤਾ ਦਾ ਹਨੇਰਾ ਹੈ, ਉਹਨੂੰ ਗੁਰੂ ਦੇ ਗਿਆਨ ਦੀ ਰੋਸ਼ਨੀ ਹੀ ਕੱਟ ਸਕਦੀ ਹੈ। ਨਹੀਂ ਤਾਂ ਬਾਹਰੋਂ ਯਤਨ ਬਹੁਤ ਹੋ ਰਹੇ ਨੇ, ਉਦਮ ਕਰਮ ਕਾਂਡ ਜਿਹੜੇ ਬੜੇ ਹੋ ਰਹੇ ਨੇ, ਪਰ ਹਕੀਕਤ ਤਾਂ ਇਹ ਹੈ ਕਿ ਜੇ ਸੌ ਚੰਦਾ ਉਗ ਵਹਿ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗਿਆਨ ਦਾ ਪੱਲਾ ਪਕੜ ਕੇ ਹੀ ਅਗਿਆਨਤਾ ਨੂੰ ਕੱਟਿਆ ਜਾ ਸਕਦਾ ਹੈ, ਕੁਮੱਤ ਨੂੰ ਸਮੱਤ ਵਿੱਚ ਬਦਲਿਆ ਜਾ ਸਕਦਾ ਹੈ। ਸਾਡਾ ਅੰਦਰ ਜਿਹੜਾ ਉਹ ਹਿਰਦਾ ਅਡੋਲ ਰਹਿ ਸਕਦਾ ਹੈ। ਇਸ ਲਈ ਗੁਰੂ ਸਮਰੱਥ ਗਹਿ ਕਰੀਆ, ਸਮਰੱਥ ਗੁਰੂ ਦਾ ਆਸਰਾ ਜਿਹੜਾ ਸੀ ਉਹ ਪਕੜਿਆ। ਗਹਿ ਦਾ ਮਤਲਬ ਹੁੰਦਾ ਪਕੜਨਾ। ਸਮਰੱਥ ਗੁਰੂ ਦੇ ਗਿਆਨ ਦਾ ਪੱਲਾ ਜਿਹੜਾ ਸੀ ਉਹ ਪਕੜਿਆ। ਸਾਡੀ ਅਰਦਾਸ ਵੀ ਇਹੀ ਹੈ, ਬੜੀ ਵਾਰ ਜ਼ਿਕਰ ਕੀਤਾ ਕਿ ਬਾਹਰ ਦੀ ਅੱਖਾਂ ਨੂੰ ਨਾ ਵੇਖੋ। ਇਹ ਬਾਹਰ ਦੀ ਅੱਖ ਤਾਂ ਬੜੀ ਨਜ਼ਰ ਕਿਸੇ ਦੀ ਤੇਜ਼ ਹੋਏਗੀ, ਦੂਰ ਦੀ ਨਜ਼ਰ ਕਿਸੇ ਦੀ ਬੜੀ ਤੇਜ਼ ਹੋਏਗੀ, ਤੇ ਕਿਸੇ ਦੀ ਨੇੜੇ ਦੀ ਨਜ਼ਰ ਜਿਹੜੀ ਹੈ ਉਹ ਬੜੀ ਤੇਜ਼ ਹੋਏਗੀ। ਬਾਹਰ ਦੀ ਅੱਖ ਦੀ ਗੱਲ ਨਾ ਕਰੀਏ, ਅੰਦਰ ਝਾਤ ਮਾਰੀਏ ਤੇ ਪਤਾ ਲੱਗੇਗਾ ਕਿ ਜਿੰਨੀ ਨਜ਼ਰ ਬਾਹਰੋਂ ਤੇਜ਼ ਹੈ ਉਨੀ ਨਜ਼ਰ ਅੰਦਰੋਂ ਘੱਟ ਹੈ। ਜਿੰਨਾ ਬਾਹਰੋਂ ਇਸ ਅੱਖ ਨਾਲ ਸੰਸਾਰ ਦਿਸਦਾ ਪਿਆ, ਉਨਾ ਹੀ ਅੰਦਰੋਂ ਨਿਰੰਕਾਰ ਨਹੀਂ ਦਿਸਦਾ ਪਿਆ।
ਫਿਰ ਸਮਰੱਥ ਗੁਰੂ ਸਾਹਿਬ ਕੋਲ ਆ। ਹੁਣ ਗਹਿ ਕਰੀਆ, ਕਿਵੇਂ ਗਿਆਨ ਦਾ ਪੱਲਾ ਪਕੜਾਂਗੇ? ਪਹਿਲਾਂ ਉਹਦੇ ਲਈ ਅਰਦਾਸ ਕਰਨੀ ਪਏਗੀ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਅਸੀਂ ਅੰਧਲੇ ਸੀ ਨਾ, ਅਗਿਆਨਤਾ ਦਾ ਹਨੇਰਾ ਸੀ, ਤਾਂ ਹੀ ਤਾਂ ਬਿਖ ਵਿੱਚ ਰਤੇ ਗਏ। ਬਿਖ ਕਹਿੰਦੇ ਜ਼ਹਿਰ, ਵਿਕਾਰਾਂ ਦੀ ਜ਼ਹਿਰ ਵਿੱਚ ਰਤਿਆ ਗਿਆ ਅੰਦਰ ਮਨ। ਕਿਉਂ? ਕਿਉਂਕਿ ਹਨੇਰਾ ਸੀ, ਹਨੇਰੇ ਵਿੱਚ ਪਤਾ ਹੀ ਨਹੀਂ ਲੱਗਾ। ਰਾਤ ਰਸਤੇ ਤੇ ਚਲਦਿਆਂ ਕੋਈ ਚੀਜ਼ ਚਮਕਦੀ ਪਈ ਸੀ, ਮਨ ਨੂੰ ਭਰਮ ਪੈ ਗਿਆ ਵੀ ਪਤਾ ਨਹੀਂ ਕੀ ਹੈ। ਹੱਥ ਪਾ ਬੈਠਾ, ਤੇ ਜਦੋਂ ਹੱਥ ਪਾਇਆ ਇੱਕਦਮ ਲਾਈਟ ਹੋਈ, ਚਾਨਣ ਹੋਇਆ, ਪਤਾ ਲੱਗਾ ਵੀ ਇਹ ਤੇ ਚਿੱਕੜ ਹੈ। ਪਤਾ ਲੱਗਾ ਵੀ ਇਹ ਤੇ ਕਿਸੇ ਨੇ ਪਾਨ ਖਾ ਕੇ ਥੁੱਕਿਆ, ਉਹ ਚਮਕਦਾ ਹੈ। ਬੜੀ ਗਹਿਰੀ ਚੋਟ ਭਰਥਰੀ ਜੋਗੀ ਨੂੰ ਚੋਟ ਕਿਹੜੀ ਲੱਗੀ? ਇਹੀ ਤੇ ਚੋਟ ਲੱਗੀ ਸੀ ਕਿ ਮਨਾ ਐਡਾ ਵੱਡਾ ਰਾਜ ਭਾਗ ਤੂੰ ਛੱਡ ਦਿੱਤਾ, ਤੇ ਹੱਥ ਵੀ ਪਾਇਆ ਤੇ ਕਿੱਥੇ ਆ ਕੇ ਜਿੱਥੇ ਕਿਸੇ ਨੇ ਪਾਨ ਖਾ ਕੇ ਥੁੱਕਿਆ ਸੀ। ਹੁਣ ਹੋਇਆ ਕਿ ਮਨ ਜਿਹੜਾ ਸੀ ਉਸ ਹਨੇਰੇ ਦੇ ਵਿੱਚ ਭਰਮ ਵਿੱਚ ਪੈ ਕੇ ਡੋਲ ਗਿਆ। ਇਸ ਲਈ ਕਹਿ ਰਹੇ ਹਾਂ ਵੀ ਅਸੀਂ ਅੰਦਰੋਂ ਹਨੇਰੇ ਵਿੱਚ ਹਾਂ। ਸੰਸਾਰ ਤਾਂ ਸਮਝ ਆ ਰਿਹਾ ਹੈ, ਪਰ ਨਿਰੰਕਾਰ ਸਮਝ ਨਹੀਂ ਆ ਰਿਹਾ। ਉਹਦੇ ਲਈ ਫਿਰ ਸਮਰੱਥ ਗੁਰੂ ਸਾਹਿਬ ਕੋਲ ਆ ਕੇ ਅਸੀਂ ਕਿਹਾ, ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚੱਲਹਿ ਗੁਰ ਚਾਲੀ ਸਤਿਗੁਰ, ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ। ਸਾਨੂੰ ਆਪਣਾ ਗਿਆਨ ਦਾ ਪੱਲਾ ਪਕੜਾਓ, ਤਾਂ ਕਿ ਜਿਹੜੀ ਚਾਲ ਤੁਸੀਂ ਚੱਲਣ ਲਈ ਕਹਿ ਰਹੇ ਹੋ ਨਾ, ਭਗਤਾਂ ਦੀ ਚਾਲ, ਉਹ ਚਾਲ ਅਸੀਂ ਜਿਹੜੀ ਹੈ ਭਗਤੀ ਦਾ ਅੰਦਰ ਜਾਗ ਲਾ ਕੇ ਚੱਲ ਸਕੀਏ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਇਸ ਲਈ ਭੱਟ ਜੀ ਕਹਿੰਦੇ ਨੇ ਕਿ ਉਸ ਸਮਰੱਥ ਗੁਰੂ ਦਾ ਪੱਲਾ ਜਿਹੜਾ ਗਿਆਨ ਦਾ ਪਕੜਿਆ, ਕਾਹਦੇ ਵਾਸਤੇ? ਧਰੁਵ ਬੁੱਧ, ਆਪਣੀ ਬੁੱਧ ਨੂੰ ਅਡੋਲ ਰੱਖਣ ਵਾਸਤੇ। ਧਰੁਵ ਦਾ ਅਰਥ ਹੁੰਦਾ ਹੈ ਅਡੋਲ, ਆਪਣੀ ਬੁੱਧੀ ਨੂੰ, ਧੱਦੇ ਨੂੰ ਸਿਹਾਰੀ ਹੈ ਬੁੱਧੀ। ਕਹਿੰਦੇ ਆਪਣੀ ਜਿਹੜੀ ਅਕਲ ਹੈ ਉਹਨੂੰ ਅਡੋਲ ਰੱਖਣ ਵਾਸਤੇ, ਸੁਮਤ ਚੰਗੀ ਮਤ ਦਾ ਧਾਰਨੀ ਬਣਨ ਵਾਸਤੇ, ਸੰਭਾਰਨ ਕੋ ਇਹ ਬਖਸ਼ਿਸ਼ਾਂ ਨੂੰ ਅੰਦਰ ਸੰਭਾਲਣ ਵਾਸਤੇ ਸਮਰੱਥ ਗੁਰੂ ਜੀ ਦਾ ਆਸਰਾ ਜਿਹੜਾ ਹੈ ਉਹ ਤੱਕਿਆ ਹੈ। ਹੁਨ ਧਰਮ ਤੁਝਾ ਫਹਰੰਤ ਸਦਾ, ਅਗ ਪੁੰਜ ਤਰੰਗ ਨਿਵਾਰਨ ਕੋ। ਧੰਨ ਗੁਰੂ ਰਾਮਦਾਸ ਪਾਤਸ਼ਾਹ, ਤੁਸੀਂ ਸਮਰੱਥ ਹੋ। ਤੁਹਾਡੇ ਦਰ ਤੇ ਆ ਕੇ ਜਿਹੜਾ ਗਿਆਨ ਦਾ ਪੱਲਾ ਪਕੜਦਾ ਹੈ, ਉਹਦੀ ਅਕਲ ਜਿਹੜੀ ਹੈ ਉਹ ਟਿਕਾਣੇ ਆ ਜਾਂਦੀ ਹੈ। ਉਹਨੂੰ ਕੁਮਤ ਨੂੰ ਚੰਗੀ ਮਤ ਪ੍ਰਾਪਤ ਹੋ ਜਾਂਦੀ ਹੈ। ਉਹ ਦੁਰਮਤ ਤੋਂ, ਭੈੜੀ ਮਤ ਤੋਂ ਸਦਾ ਲਈ ਛੁਟਕਾਰਾ ਪਾ ਕੇ ਆਪਣੇ ਹਿਰਦੇ ਅੰਦਰ ਨਾਮ ਦੀਆਂ ਬਖਸ਼ਿਸ਼ਾਂ ਨੂੰ ਟਿਕਾ ਲੈਂਦਾ ਹੈ। ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਉਹਦੇ ਅੰਦਰ ਦੀ ਦੁਰਮਤ, ਭੈੜੀ ਮਤ ਜਿਹੜੀ ਹੈ ਉਹ ਸਦਾ ਲਈ ਨਾਸ਼ ਹੋ ਜਾਂਦੀ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਫੁਨ ਧਰਮ ਤੁਝਾ ਫਰਹੰਤ ਸਦਾ। ਤੁਹਾਡੇ ਘਰ ਦੇ ਵਿੱਚ ਧਰਮ ਦਾ ਜਿਹੜਾ ਤੁਝਾ ਹੈ, ਤੁਝਾ ਕਹਿੰਦੇ ਆ ਨਿਸ਼ਾਨ, ਝੰਡਾ ਵੀ ਆਪਾਂ ਜਿਹਨੂੰ ਕਹਿ ਸਕਦੇ, ਧਰਮ ਦਾ ਨਿਸ਼ਾਨ, ਧਰਮ ਦਾ ਝੰਡਾ ਜਿਹੜਾ ਲਹਿਰਾ ਰਿਹਾ ਹੈ, ਸਦਾ ਲਹਿਰਾ ਰਿਹਾ ਤੇ ਸਦਾ ਲਹਿਰਾਉਂਦੇ ਰਹਿਣਾ ਹੈ। ਕਹਿੰਦੇ ਫੁਨ ਧਰਮ ਤੁਝਾ ਫਰਹੰਤ ਸਦਾ, ਅਗ ਪੁੰਜ ਤਰੰਗ ਨਿਵਾਰਨ ਕੋ। ਜਿਹੜਾ ਧਰਮ ਦਾ ਤੁਝਾ ਲਹਿਰਾ ਰਿਹਾ ਨਾ, ਉਹ ਕਾਦੇ ਵਾਸਤੇ ਹੈ? ਕਹਿੰਦੇ ਅਗ ਘੱਗਾ ਹੈ, ਗੱਗਾ ਨਹੀਂ। ਘੱਗੇ ਔਰ ਗੱਗੇ ਦੇ ਵਿੱਚ ਅਰਥ ਬਦਲ ਜਾਏਗਾ। ਜਿੱਥੇ ਆਏਗਾ ਅਗ ਗੱਗੇ ਦੇ ਨਾਲ, ਗੱਗਾ ਗਿਆਨ ਵਾਲਾ, ਉਹਦਾ ਅਰਥ ਹੋਏਗਾ ਜਿਵੇਂ ਆਪਾਂ ਅੱਗ, ਅਗਨੀ ਜਿਹੜੀ ਆਪਾਂ ਵਰਤਦੇ ਹਾਂ। ਤੇ ਜੇ ਆਵੇਗਾ ਘੱਗਾ ਘਰ ਵਾਲਾ, ਅੱਗ, ਉਹਦਾ ਅਰਥ ਬਣ ਜਾਏਗਾ ਪਾਪ। ਇੱਕ ਅੱਖਰ ਦੇ ਨਾਲ ਅਰਥ ਬਦਲ ਜਾਣੇ ਨੇ। ਕਈ ਵਾਰੀ ਅਸੀਂ ਘੱਗੇ ਨੂੰ ਵੀ ਗੱਗੇ ਦਾ ਉਚਾਰਨ ਦੇ ਕੇ ਅੱਗ ਹੀ ਪੜ ਜਾਂਦੇ ਆ, ਪਰ ਇੱਥੇ ਹੈ ਘੱਗਾ ਜਿਹੜਾ ਘਰ ਵਾਲਾ। ਕਹਿੰਦੇ ਅੱਗ ਜਿਹੜੀ ਅੰਦਰ
ਪਾਪ ਜਿਹੜੇ ਨੇ ਇਕੱਠੇ ਹੋਏ ਪਏ ਨੇ। ਪੁੰਜ ਦਾ ਅਰਥ ਹੈ ਸਮੂਹ। ਜਿੰਨੇ ਵੀ ਅੰਦਰ ਪਾਪ ਨੇ, ਜਿਹਦੀਆਂ ਤਰੰਗਾਂ ਉੱਠ ਰਹੀਆਂ ਨੇ, ਜਿੰਨੇ ਵੀ ਅੰਦਰ ਪਾਪ, ਕਿੰਨਾ ਅੰਦਰ ਪਾਪ ਹੈ ਉਹਦੀ ਤੁਲਨਾ ਹੀ ਨਹੀਂ ਕੀਤੀ, ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਬਸ ਇਹ ਕਿਹਾ ਜਾ ਸਕਦਾ ਹੈ ਕਿ ਮਾਲਕ ਜੀ ਅੰਦਰ ਪਾਪ ਦੇ ਅਵਗੁਣ ਜਿਹੜੇ ਇੰਨੇ ਕੁ ਇਕੱਠੇ ਹੋਏ ਪਏ ਨੇ, ਜੇ ਅੰਦਾਜ਼ਾ ਲਾਉਣ ਚੱਲੀਏ ਤਾਂ ਸਾਡੇ ਕੋਲੋਂ ਆਪਣੇ ਆਪ ਅੰਦਾਜ਼ਾ ਲਾਇਆ ਹੀ ਨਹੀਂ ਜਾ ਸਕਦਾ। ਅਸੀਂ ਤੇ ਸਿਰਫ ਅਰਦਾਸ ਕਰ ਸਕਦੇ ਹਾਂ, ਮੇਰੇ ਮਾਧੋ ਸਤਿਗੁਰੂ ਮੇਰੇ ਮਾਲਕ ਜੀਓ, ਤੁਹਾਡੇ ਚਰਨਾਂ ਵਿੱਚ ਆਏ ਹਾਂ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਅਸੀਂ ਪਾਪੀ ਹਾਂ, ਕਿੰਨੇ ਕੋ ਪਾਪ ਦੀ ਮਲ ਨਾਲ ਭਰੇ ਹਾਂ, ਸਾਨੂੰ ਅੰਦਾਜ਼ਾ ਲਾਉਣਾ ਔਖਾ ਹੈ। ਪਰ ਇਹ ਹੈ ਵੀ ਅਸੀਂ ਪਾਪੀ ਹਾਂ। ਤੁਹਾਡੇ ਦਰ ਤੇ ਆਏ ਹਾਂ, ਪਤਾ ਨਹੀਂ ਕਿੰਨੀਆਂ ਅੰਦਰ ਪਾਪ ਦੀਆਂ ਲਹਿਰਾਂ ਉੱਠਦੀਆਂ ਨੇ, ਦਿਨ ਰਾਤ ਹਰ ਵੇਲੇ ਲਹਿਰਾਂ ਉੱਠਦੀਆਂ ਨੇ। ਉਸ ਲਹਿਰਾਂ ਤੋਂ ਬਚਣ ਵਾਸਤੇ, ਅੰਦਰ ਦੇ ਪਾਪ ਨੂੰ ਆਪਣੇ ਜੀਵਨ ਵਿੱਚੋਂ ਦੂਰ ਕਰਨ ਵਾਸਤੇ ਤੁਹਾਡੇ ਚਰਨਾਂ ਵਿੱਚ ਆ ਕੇ ਇਹ ਗਿਆਨ ਦਾ ਪੱਲਾ ਤਾਂ ਪਕੜਨਾ ਹੈ ਕਿਉਂਕਿ ਤੁਹਾਡੇ ਘਰ ਦੇ ਵਿੱਚ ਧਰਮ ਦਾ ਧੁਜਾ ਲਹਿਰਾ ਰਿਹਾ ਹੈ। ਧਰਮ ਦਾ ਨਿਸ਼ਾਨ ਜਿਹੜਾ ਉਹ ਤੁਹਾਡੇ ਘਰ ਵਿੱਚ ਜਿਹੜਾ ਝੂਲ ਰਿਹਾ ਹੈ, ਔਰ ਉਹ ਜਿਹੜਾ ਸਭ ਤੋਂ ਉੱਚਾ, ਧਿਆਨ ਰੱਖਣਾ, ਧੁਜਾ ਦਾ ਅਰਥ ਨਿਸ਼ਾਨ, ਜਿਹਨੂੰ ਅੱਜ ਆਪਾਂ ਨਿਸ਼ਾਨ ਸਾਹਿਬ ਕਹਿੰਦੇ ਆ। ਗੁਰੂ ਘਰ ਦੇ ਵਿੱਚ ਆਉਣਾ ਹੋਵੇ ਤੇ ਸਭ ਤੋਂ ਉੱਚਾ ਨਿਸ਼ਾਨ ਸਾਹਿਬ ਜਿਹੜਾ ਝੂਲਦਾ ਹੈ, ਉਹ ਸਾਨੂੰ ਦੱਸ ਦਿੰਦਾ ਹੈ ਕਿ ਆਹ ਜਿਹੜਾ ਨਿਸ਼ਾਨ ਸਾਹਿਬ ਝੂਲਦਾ ਹੈ, ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਹੈ। ਇਹ ਉਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਨਿਸ਼ਾਨ ਹੈ ਜਿੱਥੇ ਆਉਂਦਿਆਂ ਨਿਮਾਣੇ ਨੂੰ ਮਾਣ ਮਿਲਣਾ ਹੈ, ਜਿੱਥੇ ਆਉਂਦਿਆਂ ਨਿਤਾਣੇ ਨੂੰ ਤਾਣ ਮਿਲਣਾ ਹੈ, ਜਿੱਥੇ ਆ ਕੇ ਨੇ ਆਸਰੇ ਨੂੰ ਆਸਰਾ ਮਿਲਣਾ ਹੈ, ਜਿੱਥੇ ਆ ਕੇ ਨਿਗੱਤੇ ਦੀ ਗੱਤ ਹੋਣੀ ਹੈ, ਜਿੱਥੇ ਆ ਕੇ ਨਿਪੱਤੇ ਨੂੰ ਪੱਤ ਜਿਹੜੀ ਹੈ ਉਹ ਪ੍ਰਾਪਤ ਹੋਣੀ ਹੈ। ਇਹ ਉਹ ਧਰਮ ਦਾ ਧੁਜਾ ਸਭ ਤੋਂ ਉੱਚਾ ਲਹਿਰਾ ਰਿਹਾ। ਧਿਆਨ ਰੱਖਣਾ, ਅਸੀਂ ਸ਼ਬਦ ਅਰਜ ਵਰਤਦੇ ਹਾਂ ਨਿਸ਼ਾਨ ਸਾਹਿਬ। ਜਿਹੜਾ ਨਿਸ਼ਾਨ ਹੈ, ਜਦੋਂ ਸਿੱਖ ਪੰਥ ਵਿਸ਼ਵ ਕੋਸ਼ ਨੂੰ ਆਪਾਂ ਪੜ੍ਹੀਏ ਨਾ, ਤਾਂ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਜਿਹੜਾ ਨਿਸ਼ਾਨ ਸ਼ਬਦ ਹੈ ਇਹ ਅਰਬੀ ਭਾਸ਼ਾ ਵਿੱਚੋਂ ਆਇਆ, ਤੇ ਜਿਹੜਾ ਸਾਹਿਬ ਸ਼ਬਦ ਹੈ ਇਹ ਫਾਰਸੀ ਵਿੱਚੋਂ ਦੀ ਆਇਆ। ਅਰਬੀ ਭਾਸ਼ਾ ਵਿੱਚੋਂ ਨਿਕਲਿਆ ਹੈ ਨਿਸ਼ਾਨ, ਔਰ ਫਾਰਸੀ ਭਾਸ਼ਾ ਵਿੱਚੋਂ ਨਿਕਲਿਆ ਹੈ ਸਾਹਿਬ। ਅਰਬੀ ਤੇ ਫਾਰਸੀ ਦੇ ਦੋਵਾਂ ਸ਼ਬਦਾਂ ਨੂੰ ਲੈ ਕੇ ਤੇ ਅਸੀਂ ਅੱਜ ਉਹਨੂੰ ਉਚਾਰਨ ਕਰਦੇ ਹਾਂ ਨਿਸ਼ਾਨ ਸਾਹਿਬ। ਤੇ ਜਿਹੜਾ ਧਰਮ ਦਾ ਧੁਜਾ ਹੈ ਇਹ ਸਭ ਤੋਂ ਉੱਚਾ ਹੈ। ਜਿਹੜੇ ਦੁਨਿਆਵੀ ਹਰ ਮੁਲਕ ਦਾ ਧੁਜਾ, ਹਰ ਮੁਲਕ ਦਾ ਇੱਕ ਨਿਸ਼ਾਨ ਝੂਲਦਾ ਹੈ। ਜਿੰਨੇ ਵੀ ਅਸੀਂ ਮੁਲਕ ਅੱਜ ਵੰਡ ਦਿੱਤੇ ਨੇ, ਹਰ ਮੁਲਕ ਨੇ ਆਪਣਾ ਆਪਣਾ ਇੱਕ ਨਿਸ਼ਾਨ ਬਣਾ ਕੇ ਝੁਲਾ ਦਿੱਤਾ। ਪਰ ਜਿੰਨੇ ਵੀ ਨਿਸ਼ਾਨ ਅੱਜ ਜਿਹੜੇ ਸੰਸਾਰ ਵਿੱਚ ਮੁਲਕ ਦੇ ਨਿਸ਼ਾਨ ਝੂਲਦੇ ਨੇ, ਧਿਆਨ ਰੱਖਿਓ ਉਹ ਧਰਮ ਦੇ ਧੁਜਾ ਤੋਂ ਨੀਵੇਂ ਹੁੰਦੇ ਨੇ, ਉੱਚੇ ਨਹੀਂ ਹੁੰਦੇ। ਜੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਭਗਤੀ ਦਾ ਘਰ ਬਣਾਇਆ, ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਮੀਰੀ ਔਰ ਪੀਰੀ ਦੇ ਮਾਲਕ ਬਣ ਕੇ ਬਿਲਕੁਲ ਸਾਹਮਣੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਹੈ। ਪਰ ਧਿਆਨ ਰੱਖਣਾ, ਦੋ ਨਿਸ਼ਾਨ ਅੱਜ ਉੱਥੇ ਝੂਲ ਰਹੇ ਨੇ। ਬੜੇ ਬੜੇ ਹੁਕਮਰਾਨ ਆਏ, ਬੜੇ ਬੜੇ ਜਿਹੜੇ ਨੇ ਉਹ ਇਸ ਨਿਸ਼ਾਨ ਨੂੰ ਝੁਕਾਉਣ ਵਾਲੇ ਆਏ, ਪਰ ਨਿਸ਼ਾਨ ਜਿਹੜਾ ਉਹ ਸਦਾ ਝੂਲਦਾ ਹੈ। ਸਾਡੇ ਤਾਂ ਬੋਲ ਬਾਲੇ ਵਿੱਚ ਵੀ ਇਹੀ ਬੋਲ ਹੁੰਦੇ ਨੇ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਜਿਹੜਾ ਪੰਥ ਗੁਰੂ ਨਾਨਕ ਸਾਹਿਬ ਜੀ ਨੇ ਆਰੰਭਿਆ, ਜਿਹੜਾ ਰਾਹ ਗੁਰੂ ਨਾਨਕ ਸਾਹਿਬ ਜੀ ਨੇ ਆਰੰਭਿਆ, ਆਪ ਜੀ ਨੂੰ ਪਤਾ ਹੋਏਗਾ ਕਿ ਪੁਰਾਤਨ ਸਮੇਂ ਵਿੱਚ ਜਦੋਂ ਜਥਾ ਚੱਲਦਾ ਸੀ ਉਹਨਾਂ ਦੇ ਹੱਥਾਂ ਵਿੱਚ ਨਿਸ਼ਾਨ ਹੁੰਦਾ ਸੀ, ਔਰ ਜਿਹੜੇ ਨਿਹੰਗ ਸਿੰਘਾਂ ਦਾ ਜਥਾ ਚੱਲਦਾ ਸੀ, ਹਰ ਇੱਕ ਜਿਹੜੇ ਅੱਗੇ ਚੱਲਣ ਵਾਲੇ ਉਹਨਾਂ ਦੇ ਹਰ ਇੱਕ ਦੇ ਹੱਥ ਵਿੱਚ ਨਿਸ਼ਾਨ ਹੁੰਦਾ ਸੀ। ਉਹਨਾਂ ਦੇ ਨਿਸ਼ਾਨ ਜਿਹੜਾ ਹੈ ਉਹ ਅੱਗੇ ਅੱਗੇ ਚੱਲਣਾ। ਤੇ ਧਿਆਨ ਰੱਖਣਾ, ਜਿਹੜੇ ਪੁਰਾਤਨ ਸਮੇਂ ਵਿੱਚ ਆਪਾਂ ਵੇਖਦੇ ਹਾਂ ਨਾ, ਤੇ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਨਿਸ਼ਾਨ ਝੂਲਦੇ ਸਨ ਉਹਦੇ ਤੇ ਸਭ ਤੋਂ ਉੱਚੇ ਤੀਰ ਲੱਗਾ ਹੁੰਦਾ ਸੀ।
ਅੱਜ ਆਪਾਂ ਵੇਖਦੇ ਹਾਂ ਖੰਡਾ ਲੱਗਾ ਹੁੰਦਾ ਹੈ, ਪਰ ਤੁਸੀਂ ਪੁਰਾਤਨ ਸਮੇਂ ਵਿੱਚ ਜਾ ਕੇ ਦੇਖਿਓ, ਜਿਹੜੇ ਪੁਰਾਤਨ ਸਮੇਂ ਦੇ ਸਾਨੂੰ ਨਿਸ਼ਾਨ ਸਾਹਿਬ ਨਜ਼ਰ ਆਉਣਗੇ ਉਹਦੇ ਉੱਪਰ ਤੀਰ ਲੱਗਾ ਹੁੰਦਾ ਸੀ। ਉਹ ਕਿਉਂ? ਪੁਰਾਣੇ ਜਥੇਬੰਦੀਆਂ ਤੁਸੀਂ ਵੇਖੋ, ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਜਦੋਂ ਚੱਲਦੀਆਂ ਸਨ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਨਿਸ਼ਾਨ, ਤੇ ਉਹ ਜਿਹੜਾ ਨਿਸ਼ਾਨ ਸਾਹਿਬ ਹੁੰਦਾ ਸੀ ਉਹਦੇ ਉੱਤੇ ਤੀਰ ਲੱਗੇ ਹੁੰਦੇ ਸੀ। ਕਿਉਂ? ਕਿਉਂਕਿ ਰਾਹ ਜਾਂਦਿਆਂ ਜੇ ਕਿਤੇ ਦੁਸ਼ਮਣ ਹਮਲਾ ਕਰ ਦੇਵੇ, ਜੇ ਕਿਤੇ ਦੁਸ਼ਮਣ ਦਾ ਸਾਹਮਣਾ ਹੋ ਜਾਏ, ਇੱਕਦਮ ਸ਼ਸਤਰ ਜਿਹੜਾ ਉਹ ਕੱਢਣਾ ਔਖਾ ਹੋ ਜਾਂਦਾ ਹੈ, ਤੇ ਜਿਹੜਾ ਹੱਥਾਂ ਵਿੱਚ ਨਿਸ਼ਾਨ ਹੁੰਦਾ ਉਹਦੇ ਅੱਗੇ ਤੀਰ ਲੱਗਾ ਹੁੰਦਾ ਸੀ। ਤੇ ਉਸੇ ਵੇਲੇ ਜੇ ਮੌਕਾ ਨਾ ਮਿਲੇ, ਹੁਣ ਜਿਹੜੇ ਸ਼ਸਤਰ ਸਜਾਏ ਹੋਏ ਨੇ, ਅਸੀਂ ਮਿਆਨ ਵਿੱਚੋਂ ਦੀ ਕਿਰਪਾਨ ਕੱਢਣੀ ਹੋਵੇ ਤੇ ਇੱਕਦਮ ਮੌਕਾ ਨਾ ਮਿਲੇ, ਤੇ ਕੀ ਹੁੰਦਾ ਸੀ, ਜਿਹੜਾ ਹੱਥ ਵਿੱਚ ਨਿਸ਼ਾਨ ਪਕੜਿਆ ਉਹਦੇ ਅੱਗੇ ਜਿਹੜਾ ਤੀਰ ਲੱਗਾ ਹੁੰਦਾ ਸੀ ਉਹਦੇ ਨਾਲ ਹੀ ਫਿਰ ਸਾਹਮਣੇ ਵਾਲੇ ਜਿਹੜਾ ਦੁਸ਼ਮਣ ਆ ਕੇ ਵਾਰ ਕਰਦਾ, ਫਿਰ ਉਹਦੇ ਨਾਲ ਉਹਦਾ ਮੁਕਾਬਲਾ ਕਰ ਲਿਆ ਜਾਂਦਾ ਸੀ। ਸਮੇਂ ਨਾਲ ਉਹ ਤੀਰ ਜਿਹੜਾ ਸੀ ਉਹ ਫਿਰ ਖੰਡੇ ਦੇ ਵਿੱਚ ਬਦਲ ਗਿਆ। ਪਰ ਜਿਹੜੀ ਗੱਲ ਕਰਨ ਲੱਗਾ ਸੀ ਕਿ ਅੱਜ ਵੀ ਦੋ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਝੂਲਦੇ ਨੇ। ਇੱਕ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਾ ਪ੍ਰਤੀਕ ਹੈ, ਭਗਤੀ ਦਾ, ਧਰਮ ਦਾ, ਔਰ ਇੱਕ ਜਿਹੜਾ ਉਹ ਤਖਤ ਦਾ ਪ੍ਰਤੀਕ ਹੈ, ਅਕਾਲ ਤਖਤ ਸਾਹਿਬ ਦਾ। ਪਰ ਇੱਕ ਗੱਲ ਧਿਆਨ ਵਿੱਚ ਰੱਖਣਾ ਕਿ ਦੋਵਾਂ ਨਿਸ਼ਾਨ ਸਾਹਿਬ ਦੇ ਵਿੱਚ ਅੱਜ ਵੀ ਤੁਸੀਂ ਵੇਖੋਗੇ ਤੇ ਭਗਤੀ ਦਾ, ਧਰਮ ਦਾ ਜਿਹੜਾ ਧੁਜਾ ਉਹ ਉੱਚਾ ਹੈ, ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਧੁਜਾ ਨਿਸ਼ਾਨ ਸਾਹਿਬ ਹੈ ਉਹ ਥੋੜਾ ਉਹਦੇ ਤੋਂ ਨੀਵਾਂ ਹੈ। ਉਹਦਾ ਮਤਲਬ ਕਿ ਧਰਮ ਦਾ ਧੁਜਾ ਭਾਵੇਂ ਮੁਲਕ ਕੋਈ ਵੀ ਹੋਵੇ, ਰਾਜਨੀਤਿਕ ਤਲ ਤੇ ਬੋਲ ਬਾਲਾ ਭਾਵੇਂ ਜਿਹਦਾ ਮਰਜ਼ੀ ਹੋਵੇ, ਪਰ ਹਕੀਕਤ ਤਾਂ ਇਹ ਹੈ ਕਿ ਧਰਮ ਦਾ ਧੁਜਾ ਹਮੇਸ਼ਾ ਸਭ ਤੋਂ ਉੱਚਾ ਹੁੰਦਾ ਹੈ। ਔਰ ਕੋਈ ਸ਼ੱਕ ਨਹੀਂ ਕਿ ਅੱਜ ਸੰਸਾਰ ਦੇ ਹਰ ਮੁਲਕ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬੈਠੀਆਂ ਨੇ, ਗੁਰੂ ਕੇ ਖਾਲਸੇ ਨੇ ਹਰ ਮੁਲਕ ਵਿੱਚ ਜਾ ਕੇ ਗੁਰਸਿੱਖੀ ਦਾ ਜਿਹੜਾ ਰਾਜ ਕਾਇਮ ਕੀਤਾ ਹੈ, ਔਰ ਸਭ ਤੋਂ ਉੱਚੇ ਨਿਸ਼ਾਨ ਜਿਹੜੇ ਨੇ ਉਹਨਾਂ ਨੇ ਚਲਾਏ ਨੇ। ਆਪਣੇ ਆਪਣੇ ਧਰਮ ਦਾ ਜਿਹੜਾ ਨਿਸ਼ਾਨ, ਉੱਥੋਂ ਦੇ ਮੁਲਕ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਕਿ ਇਹ ਸਾਡੇ ਧਰਮ ਦਾ ਧੁਜਾ ਹੈ, ਔਰ ਅਸੀਂ ਤੁਹਾਡੇ ਮੁਲਕ ਵਿੱਚ ਆਪਣੇ ਧਰਮ ਦਾ ਧੁਜਾ ਨਿਸ਼ਾਨ ਸਾਹਿਬ ਜਿਹੜਾ ਉਹ ਚਲਾਉਣਾ ਤੇ ਲਹਿਰਾਉਣਾ ਚਾਹੁੰਦੇ ਆ। ਔਰ ਦੂਜੀ ਗੱਲ ਕਿ ਜਿਸ ਧਰਮ ਨਾਲ ਅਸੀਂ ਜੁੜੇ ਆ, ਜਿਸ ਪੰਥ ਨਾਲ ਜੁੜੇ ਆ, ਉਹ ਪੰਥ, ਉਹ ਧਰਮ ਜਿਹੜਾ ਕਹਿੰਦਾ ਹੈ ਕਿ ਇਹ ਨਿਸ਼ਾਨ ਸਭ ਤੋਂ ਉੱਚਾ ਹੋਣਾ ਚਾਹੀਦਾ ਹੈ। ਅੱਜ ਵੱਡੇ ਵੱਡੇ ਮੁਲਕਾਂ ਵਿੱਚ ਵੀ ਵੇਖਾਂਗੇ ਤੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਨਿਸ਼ਾਨ ਸਭ ਤੋਂ ਉੱਚਾ ਝੂਲਦਾ ਹੈ। ਨਿਸ਼ਾਨ ਸਾਹਿਬ ਦਾ ਮਤਲਬ ਸੀ ਕਿ ਦੂਰੋਂ ਦੇਖ ਕੇ ਹੌਸਲਾ ਅੰਦਰ ਵੱਜਦਾ ਹੈ, ਦੂਰੋਂ ਝੂਲਦਾ ਹੋਇਆ ਨਿਸ਼ਾਨ ਵੇਖ ਕੇ ਡੋਲਦੇ ਹੋਏ ਮਨ ਨੂੰ ਟਿਕਾ ਮਿਲਦਾ ਹੈ। ਜਿਹੜਾ ਥਕੇਵਾਂ ਹੈ, ਭਟਕਣਾ ਹੈ, ਦੁੱਖ ਹੈ, ਰੋਗ ਹੈ, ਜੀਵਨ ਵਿੱਚ ਕੋਈ ਵੀ ਮੁਸ਼ਕਲਾਂ ਨੇ, ਉੱਥੇ ਰਾਹਤ ਮਿਲ ਜਾਂਦੀ ਹੈ ਜਦੋਂ ਉਹ ਉੱਚਾ ਨਿਸ਼ਾਨ ਝੂਲਦਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਵੇਖਦਾ ਹੈ। ਇੱਥੇ ਭੱਟ ਮਥਰਾ ਜੀ ਕਹਿ ਰਹੇ ਨੇ, ਗੁਰੂ ਰਾਮਦਾਸ ਪਾਤਸ਼ਾਹ ਤੁਹਾਡੇ ਚਰਨਾਂ ਦਾ ਆਸਰਾ ਇਸ ਲਈ ਲਿਆ ਕਿ ਸਾਡੇ ਅੰਦਰ ਜਿਹੜੀ ਬੁੱਧ ਹੈ ਉਹ ਅਡੋਲ ਹੋ ਜਾਏ, ਔਰ ਸਾਡੀ ਅੰਦਰ ਦੀ ਸੁਮਤ ਜਿਹੜੀ ਹੈ ਉਹਦੇ ਅੰਦਰ ਚੰਗੇ ਗੁਣ ਸੰਭਾਲਣ ਵਾਸਤੇ ਅਸੀਂ ਇਹ ਗਿਆਨ ਦਾ ਪੱਲਾ ਪਕੜਿਆ ਹੈ ਤੁਹਾਡੇ ਸਮਰੱਥ ਚਰਨਾਂ ਵਿੱਚ ਆ ਕੇ, ਕਿਉਂਕਿ ਫੁਨ ਧਰਮ ਤੁਝਾ ਫਰਹੰਤ ਸਦਾ। ਸਦਾ ਦਾ ਅਰਥ ਹੈ ਹਮੇਸ਼ਾ। ਇਹ ਉਹ ਤੁਝਾ ਤੁਹਾਡੇ ਘਰ ਦੇ ਵਿੱਚ ਲਹਿਰਾ ਰਿਹਾ ਹੈ ਜਿਹੜਾ ਕਦੇ ਵੀ ਝੁਕ ਨਹੀਂ ਸਕਦਾ, ਜਿਹੜਾ ਕਦੇ ਵੀ ਨਿਭ ਨਹੀਂ ਸਕਦਾ। ਇਹ ਸਦਾ ਹੀ ਕਹਿੰਦੇ ਨੇ ਲਹਿਰਾਉਂਦਾ ਹੈ ਤੇ ਸਦਾ ਹੀ ਇਹ ਲਹਿਰਾਉਂਦਾ ਰਹੇਗਾ। ਕਿੰਨੇ ਸੰਸਾਰ ਦੇ ਵਿੱਚ ਆਪਾਂ ਵੇਖੋ ਸਾਕੇ ਵਰਤਦੇ ਨੇ, ਕੱਲੂ ਘਾਰੇ ਹੁੰਦੇ ਨੇ, ਕਿੰਨੀਆਂ ਤਬਾਹੀਆਂ ਜਿਹੜੀਆਂ ਸਮੇਂ-ਸਮੇਂ ਨਾਲ ਮਚਾਉਣ ਦਾ ਯਤਨ ਕੀਤਾ ਗਿਆ, ਕਿੰਨੀਆਂ ਸ਼ਹਾਦਤਾਂ ਹੋਈਆਂ, ਕਿੰਨੇ ਤਸੀਹੇ ਦਿੱਤੇ ਗਏ ਤਾਂ ਕਿ ਇਸ ਧਰਮ ਦੇ ਧੁਜਾ ਨੂੰ ਨੀਵਾਂ ਕੀਤਾ ਜਾ ਸਕੇ। ਪਰ ਮਾਫ ਕਰਨਾ, ਨੀਵੇਂ ਕਰਨ ਵਾਲੇ ਆਪ ਮਿੱਟੀ ਵਿੱਚ ਰੁਲ ਗਏ, ਪਰ ਉਹ ਇਸ ਧਰਮ ਦੇ ਧੁਜਾ ਨੂੰ ਨੀਵਾਂ ਨਹੀਂ ਕਰ ਸਕੇ। ਇਹ ਹਕੀਕਤ ਹੈ। ਇਸ ਲਈ ਕਹਿੰਦੇ ਸਦਾ, ਸਦਾ ਦਾ ਅਰਥ ਹੈ ਹਮੇਸ਼ਾ, ਹਰ ਸਮੇਂ ਇਹ ਜਿਹੜਾ ਧਰਮ ਦਾ ਧੁਜਾ ਹੈ ਫਰਹੰਤ ਲਹਿਰਾਉਂਦਾ ਪਿਆ ਹੈ ਗੁਰੂ ਰਾਮਦਾਸ ਪਾਤਸ਼ਾਹ। ਇਹਦੇ ਲਹਿਰਾਉਣ ਦੇ ਨਾਲ
ਅਗ ਪੁੰਜ ਤਰੰਗ ਨਿਵਾਰਨ ਕੋ। ਅਸੀਂ ਇਸ ਧੁਜਾ ਦੇ ਹੇਠ ਕਿਉਂ ਆਏ ਆ? ਅੱਜ ਫਿਰ ਲੋੜ ਹੈ ਸਾਨੂੰ ਕਿ ਅਸੀਂ ਇੱਕ ਨਿਸ਼ਾਨ ਦੇ ਹੇਠਾਂ ਇਕੱਤਰ ਹੋ ਜਾਈਏ। ਅਸੀਂ ਆਪਣਾ ਨਿਸ਼ਾਨ ਚਿੰਨ੍ਹ, ਆਪਣੇ ਨਿਸ਼ਾਨ ਦਾ ਰੰਗ ਭੁੱਲ ਕੇ ਐਵੇਂ ਖਿੰਡ ਨਾ ਜਾਈਏ, ਯਤਨ ਕਰੀਏ। ਕਿਉਂਕਿ ਗੁਰਬਾਣੀ ਵਿੱਚ ਅੱਜ ਵੀ ਸਾਨੂੰ ਇਹੀ ਕਿਹਾ ਗਿਆ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਕਹਿੰਦੇ ਜੋ ਦੁਬਦਾ ਹੈ ਉਹਨੂੰ ਬੈਠ ਕੇ ਵਿਚਾਰ ਕੇ ਦੂਰ ਕਰ ਲਓ। ਇਕੱਤਰ ਹੋ ਕੇ ਇੱਕ ਨਿਸ਼ਾਨ ਦੇ ਹੇਠਾਂ ਤੁਸੀਂ ਆ ਜਾਓ। ਕਿਉਂਕਿ ਅਸੀਂ ਭੱਟ ਜੀ ਗੁਰੂ ਰਾਮਦਾਸ ਪਾਤਸ਼ਾਹ ਦੀ ਉਸਤਤ ਕਰ ਰਹੇ। ਉਸ ਸਮੇਂ ਉਹ ਇਹ ਬਚਨ ਉਚਾਰਨ ਕਰ ਰਹੇ ਨੇ ਕਿ ਜਿਹੜਾ ਧਰਮ ਦਾ ਧੁਜਾ ਹੈ, ਅਸੀਂ ਉਸ ਧਰਮ ਦੇ ਧੁਜਾ ਹੇਠ ਆ ਗਏ ਹਾਂ। ਕਿਉਂਕਿ ਅੰਦਰ ਜਿਹੜੀਆਂ ਪਾਪ ਦੀਆਂ ਤਰੰਗਾਂ ਨੇ, ਅੰਦਰ ਜਿਹੜੀਆਂ ਪਾਪ ਦੀਆਂ ਲਹਿਰਾਂ ਨੇ, ਇਹ ਥੰਮ ਜਾਣਗੀਆਂ ਜੇ ਅਸੀਂ ਤੁਹਾਡੇ ਇਸ ਧਰਮ ਧੁਜਾ ਦੇ ਹੇਠਾਂ ਆ ਕੇ ਜੁੜ ਜਾਵਾਂਗੇ। ਤੇ ਜੇ ਇਹ ਧਰਮ ਦਾ ਧੁਜਾ ਜਿਹੜਾ ਇਹ ਸਾਡੇ ਜੀਵਨ ਦਾ ਆਸਰਾ ਨਾ ਬਣਿਆ, ਤੇ ਇਹ ਜਿਹੜੀਆਂ ਪਾਪ ਦੀਆਂ ਲਹਿਰਾਂ ਨੇ ਇਹ ਸਾਨੂੰ ਰੋੜ ਕੇ ਲੈ ਜਾਣਗੀਆਂ। ਇਹ ਸਾਡੀ ਇਨਸਾਨੀਅਤ ਨੂੰ ਤਬਾਹ ਕਰ ਦੇਣ। ਜਦੋਂ ਲਹਿਰਾਂ ਉੱਠਦੀਆਂ ਨੇ ਨਾ ਸਮੁੰਦਰ ਵਿੱਚ, ਤੇ ਫਿਰ ਕਿੰਨੀ ਤਬਾਹੀ ਲਿਆਉਂਦੀਆਂ ਨੇ, ਕਿੰਨੀ ਤਬਾਹੀ ਆਉਂਦੀ ਹੈ, ਕਿੰਨਾ ਕੁਝ ਰੁੜ ਜਾਂਦਾ ਹੈ ਔਰ ਕਿੰਨਾ ਕੁਝ ਤਹਿਸ ਨਹਿਸ ਹੋ ਜਾਂਦਾ ਹੈ। ਇਹ ਸਾਨੂੰ ਸਮਝਣ ਤੇ ਸਮਝਾਉਣ ਦੀ ਲੋੜ ਨਹੀਂ, ਕਿਉਂਕਿ ਕੁਦਰਤ ਵਿੱਚ ਅਸੀਂ ਸਭ ਕੁਝ ਵੇਖ ਚੁੱਕੇ ਹਾਂ ਕਿ ਜਦੋਂ ਸਮੁੰਦਰ ਵਿੱਚ ਲਹਿਰਾਂ ਉੱਠਦੀਆਂ, ਉਹ ਉੱਠਦੀਆਂ ਹੋਈਆਂ ਲਹਿਰਾਂ ਫਿਰ ਕਿੰਨਾ ਕੁਝ ਰੋੜ ਕੇ ਤੇ ਕਿੰਨੀ ਤਬਾਹੀ ਮਚਾ ਕੇ ਚਲੇ ਜਾਂਦੀਆਂ ਨੇ। ਐਸੀ ਐਸੀ ਤਬਾਹੀਆਂ ਸਮੁੰਦਰ ਦੀਆਂ ਲਹਿਰਾਂ ਨੇ ਮਚਾਈਆਂ ਜਿਹਦੀ ਭਰਪਾਈ ਅੱਜ ਤੱਕ ਨਹੀਂ ਅਸੀਂ ਕਰ ਸਕੇ ਹਾਂ। ਜਿੰਨਾ ਨੁਕਸਾਨ ਉਹਦੇ ਤੋਂ ਹੋਇਆ ਅੱਜ ਤੱਕ ਅਸੀਂ ਉਹਨੂੰ ਪੂਰਾ ਨਹੀਂ ਕਰ ਸਕੇ। ਤੇ ਜੇ ਸਾਡੇ ਅੰਦਰ ਜਿਹੜੀਆਂ ਲਹਿਰਾਂ ਉੱਠਦੀਆਂ, ਉਹਦੇ ਵਿੱਚ ਜੋ ਸਾਡੀ ਅੰਦਰ ਜਿਹੜੀ ਇਨਸਾਨੀਅਤ ਦੇ ਗੁਣ ਅੰਦਰ ਜਿਹੜੇ ਤਬਾਹ ਹੋ ਰਹੇ ਨੇ, ਅੰਦਰੋਂ ਇਨਸਾਨੀਅਤ ਰੁੜ ਰਹੀ ਹੈ, ਉਹਦੀ ਭਰਪਾਈ ਨਹੀਂ ਸਾਡੇ ਤੋਂ ਕੀਤੀ ਜਾ ਸਕੇਗੀ। ਕਿਉਂਕਿ ਜ਼ਿੰਦਗੀ ਦਾ ਸਮਾਂ ਹੀ ਪਤਾ ਨਹੀਂ ਕਦੋਂ ਮੁੱਕ ਜਾਣਾ ਹੈ। ਇਸ ਲਈ ਅਸੀਂ ਇਸ ਧਰਮ ਦੇ ਧੁਜਾ ਹੇਠ ਆ ਕੇ ਸਾਰੇ ਆਪਣੀ ਆਪਣੀ ਮੱਤ ਨੂੰ ਛੱਡ ਕੇ ਇਕੱਤਰ ਹੋ ਕੇ ਤੇ ਗੁਰੂ ਸਾਹਿਬ ਦੀ ਮੱਤ ਲੈ ਕੇ, ਗਿਆਨ ਜਿਹੜਾ ਹੈ ਉਹਨੂੰ ਲੈ ਕੇ ਚੱਲਾਂਗੇ ਤਾਂ ਸਾਡੇ ਅੰਦਰ ਦੀ ਸਾਰੀ ਨਫ਼ਰਤ, ਈਰਖਾ, ਇਹ ਸਭ ਕੁਝ ਮੁੱਕ ਜਾਏਗੀ। ਭੱਟ ਜੀ ਜੋ ਕਹਿ ਰਹੇ ਨੇ, ਇਹ ਕਿਹਨੂੰ ਕਹਿ ਰਹੇ ਨੇ? ਸਾਨੂੰ ਤੁਹਾਨੂੰ ਸਮਝਾਉਣ ਵਾਸਤੇ ਹੀ ਕਹਿ ਰਹੇ ਨੇ। ਜੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭੱਟਾਂ ਦੇ ਸਵਈਏ ਗੁਰਬਾਣੀ ਵਿੱਚ ਦਰਜ ਕੀਤੇ ਨੇ, ਉਹ ਕਾਹਦੇ ਲਈ? ਤਾਂ ਕਿ ਸਮਰੱਥ ਗੁਰੂ ਦੇ ਘਰ ਦਾ ਗਿਆਨ ਹੋ ਜਾਏ। ਸਾਨੂੰ ਗੁਰੂ ਦੇ ਘਰ ਦੀ ਜਿਹੜੀ ਹੈ ਉਹ ਸੋਝੀ, ਜਿਸ ਘਰ ਵਿੱਚ ਆਏ ਆ ਸਾਨੂੰ ਉਸ ਘਰ ਦਾ ਗਿਆਨ ਹੋ ਜਾਏ। ਜਿਸ ਨਿਸ਼ਾਨ ਦੇ ਹੇਠਾਂ ਅਸੀਂ ਇਕੱਠੇ ਹੋਣ ਆਏ ਆ ਸਾਨੂੰ ਉਸ ਨਿਸ਼ਾਨ ਦੀ ਸਮਝ ਆ ਜਾਏ। ਪਰ ਮਾਫ ਕਰਨਾ, ਅਸੀਂ ਇਸ ਨਿਸ਼ਾਨ ਦੇ ਹੇਠਾਂ ਇਕੱਠੇ ਹੋਣ ਵਾਸਤੇ ਆਏ ਸਾਂ, ਪਰ ਅਸੀਂ ਨਿਸ਼ਾਨ ਸਾਹਿਬ ਦੀ ਰੂਪ ਰੇਖਾ ਨੂੰ ਬਦਲ ਕੇ ਹੀ ਰੱਖ ਦਿੱਤਾ। ਕੀ ਰੱਖਿਆ? ਕਿ ਅਸੀਂ ਆਏ ਤਾਂ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲੋਂ ਗਿਆਨ ਲੈਣ, ਪਰ ਕੁਝ ਐਸੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਬਸ ਨਿਸ਼ਾਨ ਸਾਹਿਬ ਨੂੰ ਜਿਹੜਾ ਉਹ ਦੇਖੋ, ਉਹ ਸਾਡੇ ਲਈ ਸਤਿਕਾਰ ਹੈ, ਉਹਦੇ ਪ੍ਰਤੀ ਸਾਡੇ ਦਿਲ ਵਿੱਚ ਪਿਆਰ ਹੈ। ਉਹਦਾ ਸਤਿਕਾਰ, ਉਹਦਾ ਪਿਆਰ ਜਿਹੜਾ ਸਾਡੇ ਦਿਲ ਵਿੱਚ ਹਰ ਵੇਲੇ ਬਰਕਰਾਰ ਰਹਿਣਾ ਚਾਹੀਦਾ ਹੈ। ਪਰ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕੇਵਲ ਤੇ ਕੇਵਲ ਉਹਦੇ ਨਾਲ ਹੀ ਸਾਂਝ ਪਾ ਲਈਏ, ਜਾਂ ਉਹ ਜਿਹੜੇ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਸਿਰਫ ਤੇ ਸਿਰਫ ਰੱਖੜੀ ਵਾਲੇ ਦਿਨ ਧਾਗਿਆਂ ਨੂੰ ਬੰਨਣ ਵਾਸਤੇ ਨਹੀਂ। ਜਾਂ ਕਈ ਥਾਵਾਂ ਤੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਵੇਖਿਓ, ਮਾਫ ਕਰਨਾ, ਉੱਥੇ ਤਾਂ ਸਿਰਫ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਉਹ ਦੀਵਾ ਬਾਲਣ ਜੋਗਾ ਹੀ ਉਹ ਰੱਖ ਦਿੱਤਾ ਕਿ ਸੰਗਤ ਵਿੱਚ ਕੋਈ ਐਸਾ ਆਉਂਦਾ ਹੈ ਭਰਮ ਵਾਲਾ, ਆਓ ਕੇ ਤੇ ਉੱਥੇ ਦੀਵਾ ਜਿਹੜਾ ਉਹ ਜਗਾ ਕੇ ਤੇ ਚਲਾ ਜਾਂਦਾ ਹੈ। ਉਹਦਾ ਮਤਲਬ ਹੁੰਦਾ ਹੈ ਕਿ ਇਹ ਜਿਹੜਾ ਨਿਸ਼ਾਨ ਚਲਾਇਆ ਇਹ ਸਿਰਫ ਇਸ ਲਈ ਹੈ ਵੀ ਆ ਕੇ ਕੋਈ ਧਾਗਾ ਇਹਨੂੰ ਜਿਹੜਾ ਬੰਨ੍ਹ ਦਿਓ, ਕੋਈ ਮੌਲੀ ਇਹਨੂੰ ਬੰਨ੍ਹ ਦਿਓ, ਜਾਂ ਕੋਈ ਕਿਸੇ ਨੇ ਕਹਿ ਦਿੱਤਾ, ਕਿਸੇ ਪੰਡਿਤ ਨੇ ਕਹਿਤਾ, ਜੋਤਸ਼ੀ ਨੇ ਕਹਿਤਾ ਕਿ ਤੂੰ ਨਿਸ਼ਾਨ ਸਾਹਿਬ ਤੇ ਆਹ ਚੀਜ਼ ਰੱਖ ਕੇ ਆ ਜਾਈਂ, ਤੇ ਉਹ ਰੱਖ ਕੇ ਆ ਗਿਆ। ਉਹਦਾ ਗੁਰੂ ਨਾਲ ਕੋਈ ਮਤਲਬ ਨਹੀਂ, ਗੁਰੂ ਨਾਲ ਉਹਦਾ ਕੋਈ ਲੈਣ ਦੇਣ ਨਹੀਂ, ਸਿਰਫ ਜੋ ਕਿਹਾ ਸੀ ਉਹ ਕਰਕੇ ਆ ਗਿਆ। ਬੜੇ ਨੇ ਐਸੇ ਸਾਨੂੰ ਕਿਹਾ ਤੈਨੂੰ ਗੁਰਬਾਣੀ ਪੜ੍ਹਨ ਦੀ ਲੋੜ ਨਹੀਂ,
ਕਿਉਂਕਿ ਅਸੀਂ ਦੇਖੋ ਦੁਨੀਆ, ਫਿਰ ਬੇਨਤੀ ਕਰਾਂ, ਦੁਨੀਆ ਵਿੱਚ ਦੁੱਖ ਬਹੁਤ ਨੇ, ਮੁਸੀਬਤਾਂ ਬਹੁਤ ਨੇ, ਰੁਕਾਵਟਾਂ ਬਹੁਤ ਨੇ, ਕਲੇਸ਼ ਦੁਨੀਆ ਵਿੱਚ ਬਹੁਤ ਹੈ। ਕਈ ਲੋਕ ਭਟਕੇ ਹੋਏ ਲੋਕਾਂ ਕੋਲ ਜਾਂਦੇ ਨੇ, ਉਹ ਅੱਗੋਂ ਫਿਰ ਸਿੱਖਿਆ ਕਿੱਦਾਂ ਦੀ ਦਿੰਦੇ ਨੇ। ਉਹ ਕਹਿੰਦੇ ਤੈਨੂੰ ਗੁਰਬਾਣੀ ਪੜ੍ਹਨ ਸੁਣਨ ਦੀ ਲੋੜ ਨਹੀਂ, ਤੂੰ ਇਦਾਂ ਕਰ 11 ਗੁਟਕਾ ਸਾਹਿਬ ਨਿਤਨੇਮ ਦੇ ਲੈ ਕੇ ਤੇ ਜਾ ਕੇ ਗੁਰੂ ਦੀ ਗੋਲਕ ਤੇ ਰੱਖਾਂ, ਤੇਰਾ ਕੰਮ ਬਣ ਜਾਏਗਾ। ਤੂੰ 21 ਗੁਟਕਾ ਸਾਹਿਬ ਜਿਹੜੇ ਨੇ ਗੁਰਬਾਣੀ ਦੇ, ਕੀ ਇਹ ਬੇਅਦਬੀ ਇਸ ਤਰ੍ਹਾਂ ਨਹੀਂ? ਅਸੀਂ ਖੁਦ ਗੁਰਬਾਣੀ ਦੀ ਬੇਅਦਬੀ ਜਿਹੜੀ ਹੈ ਇਸ ਢੰਗ ਦੇ ਨਾਲ ਆਪ ਹੀ ਜਿਹੜਾ ਉਹ ਕਰਦੇ ਹਾਂ। ਅਸੀਂ ਯਤਨ ਕਰੀਏ। ਸਾਨੂੰ ਕਿਹਾ ਸੀ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਾਨੂੰ ਆਖਿਆ ਸੀ ਜਿਹੜਾ ਧਿਆਨ ਲਾ ਕੇ ਬਾਣੀ ਸੁਣਦਾ ਹੈ, ਜਿਵੇਂ ਰਾਤ ਵੀ ਜ਼ਿਕਰ ਕੀਤਾ ਕਿ ਦੁੱਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ। ਜਿਹੜਾ ਬਾਣੀ ਨੂੰ ਧਿਆਨ ਲਾ ਕੇ ਸੁਣਦਾ ਹੈ ਉਹਦਾ ਦੁੱਖ ਰੋਗ ਸੰਤਾਪ ਦੂਰ ਹੋ ਜਾਂਦਾ ਹੈ। ਪਰ ਸਾਨੂੰ ਤਾਂ ਭਰਮ ਇਹ ਪਾਇਆ ਸੀ ਕਿ ਸਿਰਫ ਤੂੰ ਰੱਖ ਕੇ ਹੀ ਆਉਣਾ, ਹੋਰ ਤੂੰ ਕੁਛ ਵੀ ਨਹੀਂ ਕਰਨਾ, ਨਾ ਸੰਗਤ ਕਰਨੀ, ਨਾ ਕੀਰਤਨ ਕਥਾ ਨਾਲ ਜੁੜਨਾ, ਨਾ ਅਰਦਾਸ ਬੇਨਤੀ ਨਾਲ ਜੁੜਨਾ, ਨਾ ਗੁਰੂ ਸਾਹਿਬ ਦੇ ਹੁਕਮ ਨੂੰ ਸੁਣਨਾ। ਬਸ ਆਹ ਕੰਮ ਤੂੰ ਇੱਕ ਕਰ ਆਈ ਤੇ ਤੇਰਾ ਕੰਮ ਬਣ ਜਾਏਗਾ। ਜਾਂ ਪਿਛਲੇ ਦਿਨੀ ਜ਼ਿਕਰ ਕੀਤਾ ਸੀ ਧਿਆਨ ਦੇਣਾ, ਅੱਜ ਇੰਟਰਨੈਟ ਦਾ ਸਮਾਂ ਹੈ ਤੇ ਤੁਸੀਂ ਸਵੇਰੇ ਉੱਠ ਕੇ ਜਦੋਂ ਮੋਬਾਈਲ ਖੋਲ੍ਹਦੇ ਹੋ ਨਾ, ਉਹਦੇ ਵਿੱਚ ਕਿਸੇ ਨੇ, ਠੀਕ ਹੈ ਮੁਬਾਰਕ ਹੈ, ਕਿਸੇ ਨੇ ਸ਼ਬਦ ਜਿਹੜਾ ਉਹ ਲੈ ਕੇ ਵਿੱਚ ਪੋਸਟ ਕਰ ਦਿੱਤਾ, ਕਿਸੇ ਨੇ ਵਾਹਿਗੁਰੂ ਲਿਖ ਕੇ ਜਿਹੜਾ ਉਹ ਉੱਥੇ ਜਿਹੜਾ WhatsApp ਤੇ ਜਾਂ ਇੰਟਰਨੈਟ ਤੇ ਪਾ ਦਿੱਤਾ। ਪਰ ਅੱਗੇ ਉਹਨੇ ਕੀ ਕੀਤਾ, ਥੱਲੇ ਲਿਖਤਾ ਵੀ 21 ਜਾਣਿਆਂ ਨੂੰ ਭੇਜੋਗੇ ਤੁਹਾਡਾ ਕੰਮ ਬਣ ਜਾਏਗਾ। ਮਾਫ ਕਰਨਾ, ਉੱਥੇ ਲਿਖਣਾ ਸੀ ਇਹ ਰੋਮ ਰੋਮ ਵਿੱਚ ਵਸਾ ਲਓ ਇਹਨੂੰ ਜਪ ਕੇ। ਇਹ ਥੱਲੇ ਲਿਖਣਾ ਸੀ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁਰ ਜਨਮ ਨਾ ਆਵਾਂ। ਤੂੰ ਇਸ ਸ਼ਬਦ ਦਾ ਅਭਿਆਸ ਕਰੀ, ਤੂੰ ਇਸ ਸ਼ਬਦ ਦੀ ਕਮਾਈ ਕਰੀ, ਤੂੰ ਇਸ ਸ਼ਬਦ ਵਿੱਚੋਂ ਗਿਆਨ ਲਵੀਂ। ਤੇ ਪਰ ਲਿਖ ਕੀ ਦਿੱਤਾ, ਉਹਦੇ ਵਿੱਚ ਇਹ ਲਿਖਿਆ ਵੀ ਤੂੰ 21 ਜਾਣਿਆਂ ਨੂੰ ਅੱਗੇ ਭੇਜੇਗਾ ਤੇ ਤੇਰਾ ਕੰਮ ਬਣ ਜਾਏਗਾ। ਤੇਰੇ ਜੀਵਨ ਵਿੱਚ ਕਦੇ ਅੱਜ ਕੱਲ੍ਹ ਇਹੀ ਚੱਲ ਰਿਹਾ। ਇਹ ਨਹੀਂ ਕਿਹਾ ਵੀ ਬਾਣੀ ਦਾ ਅਭਿਆਸ ਕਰ, ਨਿਤਨੇਮੀ ਬਣ, ਰੋਜ਼ ਉੱਠ ਕੇ ਨਿਤਨੇਮ ਕਰਿਆ ਕਰ। ਸਾਨੂੰ ਇੱਕ ਭਰਮ ਪਾ ਦਿੱਤਾ ਵੀ ਜੇ ਮੈਂ ਉੱਠਦਿਆਂ 10 ਜਣਿਆਂ ਨੂੰ ਅੱਗੇ ਭੇਜਾਂਗਾ ਤੇ ਮੇਰਾ ਕੰਮ ਬਣ ਜਾਏਗਾ, ਮੇਰੇ ਰੁਕਾਵਟਾਂ ਜ਼ਿੰਦਗੀ ਦੀਆਂ ਦੂਰ ਹੋ ਜਾਣਗੀਆਂ। ਪਰ ਮਹਾਰਾਜ ਤਾਂ ਕਹਿੰਦੇ ਸੀ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ। ਕਾਰਜ ਤਾਂ ਉਹਦੇ ਸਰਨੇ ਜਿਹਨੇ ਧਿਆਇਆ, ਤੇ ਉੱਥੇ ਤਾਂ ਧਿਆਉਣ ਵਾਲੀ ਗੱਲ ਹੀ ਕੋਈ ਨਹੀਂ ਹੈ। ਅਸੀਂ ਫਿਰ ਇਹਨਾਂ ਚੱਕਰਾਂ ਵਿੱਚ ਭਰਮ ਵਿੱਚ ਪੈ ਗਏ ਹਾਂ। ਜੋ ਗੁਰਬਾਣੀ ਸਾਨੂੰ ਕਹਿੰਦੀ ਪਈ ਹੈ ਉਸ ਵੱਲ ਆਪਾਂ ਧਿਆਨ ਦਈਏ, ਪਰ ਸਾਨੂੰ ਇਸ ਭਰਮ ਵਿੱਚ ਪਾ ਕੇ ਇਸ ਰਾਹ ਤੋਰਿਆ ਜਾ ਰਿਹਾ ਹੈ। ਗੁਰੂ ਸਾਹਿਬ ਮਿਹਰ ਕਰਨ, ਅਸੀਂ ਥੱਲੇ ਉਹ ਲਿਖਣ ਦੀ ਬਜਾਏ ਅਸੀਂ ਇਹ ਕਹੀਏ ਇਹਦਾ ਅਭਿਆਸ ਕਰੋ, ਨਿਤਨੇਮੀ ਬਣੋ। ਬਾਣੀ ਦਾ ਜਿੰਨਾ ਸ਼ਬਦ ਦਾ ਅਭਿਆਸ ਕਰ ਸਕਦੇ ਹੋ ਉਹ ਕਰੋਗੇ ਤਾਂ ਤੁਹਾਡਾ ਕਾਰਜ ਰਾਸ ਹੋਣਾ ਹੈ। ਬਾਣੀ ਦਾ ਅਭਿਆਸ ਕਰੋਗੇ ਤਾਂ ਤੁਹਾਨੂੰ ਤੁਹਾਡੇ ਦੁੱਖ ਰੋਗ ਕੱਟੇ ਜਾਣੇ। ਇੱਕ ਸੌਖੇ ਤਰੀਕੇ ਨਾਲ ਸਮਝਣ ਤੇ ਸਮਝਾਉਣ ਦਾ ਯਤਨ ਕਰਾਂ ਕਿ ਤੁਸੀਂ ਕੋਈ, ਤੁਹਾਨੂੰ ਨਾ ਕੋਈ ਰੋਗ ਹੈ, ਕੋਈ ਬਿਮਾਰੀ ਹੈ। ਹੁਣ ਉਹ ਕਿਸੇ ਨੇ ਸਾਡੇ ਜਿਹੜਾ ਨੈਟ ਦੇ ਉੱਤੇ ਉਹ ਦਵਾਈਆਂ ਦੇ ਜਿਹੜੇ ਨੇ ਸ਼ਕਲਾਂ ਬਣਾ ਕੇ ਨਾ, ਕੈਪਸੂਲ ਗੋਲੀਆਂ ਦਵਾਈਆਂ ਦੀ ਸ਼ਕਲਾਂ ਬਣਾ ਕੇ ਪਾ ਦਿੱਤੀਆਂ ਤੇ ਥੱਲੇ ਲਿਖਤਾ 21 ਜਣਿਆਂ ਨੂੰ ਭੇਜ ਦਿਓ ਤੁਹਾਡੀ ਬਿਮਾਰੀ ਦੂਰ ਹੋ ਜਾਏਗੀ, 11 ਜਣਿਆਂ ਨੂੰ ਭੇਜ ਦਿਓ ਤੁਹਾਡੀ ਬਿਮਾਰੀ ਦੂਰ ਹੋ ਜਾਏਗੀ। ਹੋ ਸਕਦਾ ਇਦਾਂ? ਕਦੇ ਨਹੀਂ ਹੋ ਸਕਦਾ ਇਦਾਂ। ਤੁਸੀਂ ਭਾਵੇਂ ਪੂਰੀ ਦੁਨੀਆ ਨੂੰ ਉਹ ਫੋਟੋ ਜਿਹੜੀਆਂ ਗੋਲੀਆਂ ਦਵਾਈਆਂ ਭੇਜਦੇ ਹੋ ਤਾਂ ਨਹੀਂ, ਕਿਉਂ? ਕਦੋਂ ਦੂਰ ਹੋਏਗੀ? ਜਦੋਂ ਤੁਸੀਂ ਉਹਨੂੰ ਖਾਓਗੇ। ਜਦੋਂ ਤੁਸੀਂ ਉਹਨੂੰ ਖਾਓਗੇ ਉਹ ਦਵਾਈ ਤੁਹਾਡੇ ਅੰਦਰ ਘੁਲੇਗੀ ਤਾਂ ਜਾ ਕੇ ਤੁਹਾਡੀ ਬਿਮਾਰੀ ਦੂਰ ਹੋਣੀ ਹੈ। ਇਸ ਲਈ ਗੁਰਬਾਣੀ ਦਾ ਅਭਿਆਸ ਅਸੀਂ ਆਪ ਖੁਦ ਕਰਾਂਗੇ ਤਾਂ ਸਾਡੇ ਜੀਵਨ ਚੋਂ ਕੱਲ ਕਲੇਸ਼ ਮੁੱਕਣਾ ਹੈ। ਪਰ ਸਾਨੂੰ ਤਾਂ ਭਰਮ ਹੋਰ ਪਾ ਕੇ ਸਾਨੂੰ ਉਲਝਾ ਦਿੱਤਾ ਗਿਆ। ਖੈਰ, ਸਤਿਗੁਰੂ ਮਿਹਰ ਕਰਨ। ਭੱਟ ਜੀ ਕਹਿੰਦੇ ਨੇ ਸਮਰੱਥ ਗੁਰੂ ਦਾ ਆਸਰਾ ਇਸ ਲਈ ਲਿਆ ਹੈ ਕਿਤੇ ਬੁੱਧ ਅਡੋਲ ਹੋ ਜਾਏ ਡੋਲੇ ਨਾ, ਅੰਦਰ ਸਮਤ ਚੰਗੀ ਮਤ ਚੰਗੇ ਗੁਣ ਧਾਰਨ ਕਰਨ ਵਾਸਤੇ ਆਸਰਾ ਲਿਆ। ਔਰ ਜਿਹੜਾ ਧਰਮ ਦਾ ਤੁਝਾ ਫੈਲਾ ਜਿਹੜਾ ਲਹਿਰਾ ਰਿਹਾ ਹੈ ਗੁਰੂ ਰਾਮਦਾਸ ਜੀ ਤੁਹਾਡੇ ਘਰ ਵਿੱਚ,
ਜਿਹੜੀਆਂ ਅੰਦਰ ਲਹਿਰਾਂ ਉੱਠਦੀਆਂ ਨੇ ਪਾਪ ਦੀਆਂ, ਉਹਨੂੰ ਦੂਰ ਕਰਨ ਵਾਸਤੇ, ਉਹਨੂੰ ਸ਼ਾਂਤ ਕਰਨ ਵਾਸਤੇ ਅਸੀਂ ਇਸ ਧਰਮ ਦੇ ਧੁਜਾ ਦੇ ਹੇਠ ਆਏ ਆਂ। ਪੁੰਨ ਧਰਮ ਤੁਜਾ ਫਰਹੰਤ ਸਦਾ। ਇਹ ਜਿਹੜਾ ਧਰਮ ਦਾ ਧੁਜਾ ਲਹਿਰਾ ਰਿਹਾ ਨਾ, ਅਗ ਪੁੰਜ ਤਰੰਗ ਨਿਵਾਰਨ ਕਉ, ਜਿਹੜੇ ਸਾਡੇ ਅੰਦਰ ਪਾਪ, ਸਮੂਹ ਪਾਪ, ਜਿੰਨਾ ਵੀ ਅੰਦਰ ਪਾਪ ਹੈ, ਉਹਦੀਆਂ ਜਿਹੜੀ ਤਰੰਗਾਂ ਲਹਿਰਾਂ ਉੱਠਦੀਆਂ ਨੇ, ਉਹਨੂੰ ਆਪਣੀ ਜ਼ਿੰਦਗੀ ਵਿੱਚੋਂ ਦੀ ਦੂਰ ਕਰਨ ਵਾਸਤੇ ਇਹ ਧਰਮ ਦਾ ਜਿਹੜਾ ਧੁਜਾ ਲਹਿਰਾਉਂਦਾ ਹੈ, ਅਸੀਂ ਇਸ ਕੋਲ ਇਸ ਵਾਸਤੇ ਆਏ ਹਾਂ। ਮਥੁਰਾ ਜਨ ਜਾਨ ਕਹੀ ਜੀ ਸਾਚ, ਸੋ ਔਰ ਕਛੂ ਨਾ ਵਿਚਾਰਨ ਕੋ। ਮਥੁਰਾ ਜਨ, ਭੱਟ ਮਥੁਰਾ ਜੀ ਦਾ ਨਾਮ ਹੈ। 11 ਭੱਟਾਂ ਦੇ ਵਿੱਚੋਂ ਭੱਟ ਜੀ ਮਥੁਰਾ ਜੀ ਕਹਿੰਦੇ ਨੇ, ਮੈਂ ਜਨ ਬਣ ਕੇ ਕਹਿ ਰਿਹਾ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਦਾਸ। ਜਨ ਦਾ ਅਰਥ ਦਾਸ, ਸੇਵਕ। ਮੈਂ ਇਸ ਘਰ ਦਾ ਦਾਸ ਬਣ ਕੇ ਕਹਿ ਰਿਹਾ ਕਿ ਜੋ ਮੈਂ ਜੀ ਵਿੱਚ, ਆਪਣੇ ਹਿਰਦੇ ਵਿੱਚ ਸੱਚ ਨੂੰ ਜਾਣਿਆ ਹੈ, ਉਹੀ ਦੁਨੀਆ ਨੂੰ ਦੱਸਣ ਦਾ ਯਤਨ ਕਰ ਰਿਹਾ ਕਿ ਗੁਰੂ ਘਰ ਵਿੱਚ ਆ ਕੇ ਮੈਨੂੰ ਕੀ ਸੱਚ ਸਮਝ ਵਿੱਚ ਆ ਗਿਆ, ਮੈਨੂੰ ਕਿਹੜੀ ਗੱਲ ਜਿਹੜੀ ਹੈ ਉਹ ਸਮਝ ਵਿੱਚ ਆ ਗਈ ਹੈ। ਮਥੁਰਾ ਜਨ ਜਾਨ ਕਹੀ ਜੀ ਸਾਚ। ਇੱਥੇ ਜੀ ਦੇ ਨਾਲ ਐੜਾ ਲੱਗਾ ਹੋਇਆ ਹੈ। ਇਹ ਜਦੋਂ ਐੜਾ ਲੱਗਾ ਹੋਵੇ ਤੇ ਬਹੁਵਚਨ ਬਣ ਜਾਂਦਾ ਹੈ। ਕਹਿੰਦੇ ਜੋ ਮੈਂ ਸੱਚ ਦੀ ਗੱਲ ਨੂੰ ਗੁਰੂ ਘਰ ਵਿੱਚ ਆ ਕੇ ਗਿਆਨ ਦਾ ਪੱਲਾ ਪਕੜ ਕੇ ਜਾਣਿਆ ਹੈ, ਜਿਵੇਂ ਅੱਗੇ ਜਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਦੋਂ ਉਸਤਤ ਵਿੱਚ ਭੱਟਾਂ ਨੇ ਸਵਈਏ ਉਚਾਰਨ ਕਰਨੇ, ਉਦੋਂ ਵੀ ਉਹਨਾਂ ਨੇ ਇਹੀ ਗੱਲ ਦਾ ਜ਼ਿਕਰ ਕੀਤਾ ਕਿ ਜਬ ਲਉ ਨਹੀਂ ਭਾਗ ਲਿਲਾਰ ਉਦੈ, ਤਬ ਲਉ ਭਰਮਤੇ ਫਿਰਤੇ ਬਹੁ ਧਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ। ਉੱਥੇ ਵੀ ਭੱਟ ਮਥੁਰਾ ਜੀ ਕਹਿ ਰਹੇ ਨੇ ਕਿ ਜੋ ਉਹਨਾਂ ਨੇ ਤਤ ਕੱਢਿਆ, ਜੋ ਉਹਨਾਂ ਨੂੰ ਗੱਲ ਸਮਝ ਵਿੱਚ ਆਈ, ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਉਹ ਕਹਿੰਦੇ ਜੋ ਮੈਨੂੰ ਸਮਝ ਆਈ ਹੈ ਉਹੀ ਮੈਂ ਦੁਨੀਆਂ ਦੇ ਜੀਆਂ ਨੂੰ ਸਮਝਾਉਣਾ ਚਾਹੁੰਦਾ ਕਿ ਭਲਿਓ ਆਹ ਗੱਲ ਤੁਸੀਂ ਵੀ ਸਮਝ ਕੇ ਜੁੜ ਜਾਓ। ਜਿਹੜਾ ਭਰਮ ਤੁਹਾਨੂੰ ਪਾ ਕੇ ਦਿੱਤਾ ਜਾ ਰਿਹਾ ਨਾ, ਉਸ ਭਰਮ ਦੇ ਵਿੱਚੋਂ ਦੀ ਬਾਹਰ ਨਿਕਲੋ। ਜਿਹੜੀ ਗੱਲ ਮੈਨੂੰ ਸਮਝ ਆਈ ਉਹ ਦੁਨੀਆ ਨੂੰ ਭੱਟ ਕਹਿੰਦੇ ਅਸੀਂ ਸਮਝਾਉਣ ਦਾ ਯਤਨ ਕਰ ਰਹੇ ਹਾਂ। ਹੁਣ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਦੀ ਉਸਤਤ ਵਿੱਚ ਭੱਟ ਮਥੁਰਾ ਜੀ ਕਹਿੰਦੇ, ਮਥੁਰਾ ਜਨ ਜਾਨ ਕਹੀ ਜੀ ਸਾਚ। ਜੋ ਮੈਂ ਸੱਚ ਗੁਰੂ ਘਰ ਵਿੱਚ ਆ ਕੇ ਜਾਣਿਆ ਉਹ ਸਾਰੇ ਜੀਆਂ ਨੂੰ ਕਹੀ, ਸਾਰੇ ਜੀਆਂ ਨੂੰ ਦੱਸਦਾ ਪਿਆ ਹਾਂ। ਕਹਿੰਦੇ ਔਰ ਕਛੂ ਨਾ ਵਿਚਾਰਨ ਕਉ। ਜਿਹੜੀ ਗੱਲ ਮੈਨੂੰ ਸਮਝ ਆ ਗਈ, ਜਿਹੜਾ ਸੱਚ ਮੈਨੂੰ ਸਮਝ ਆ ਗਿਆ, ਉਹਦੇ ਉੱਪਰ ਹੋਈ ਕੋਈ ਗੱਲ ਵਿਚਾਰਨ ਵਾਸਤੇ ਹੈ ਹੀ ਨਹੀਂ। ਉਹਨੂੰ ਛੱਡ ਕੇ ਕੋਈ ਉਸ ਤੋਂ ਉੱਪਰ ਦੀ ਗੱਲ ਹੈ ਹੀ ਨਹੀਂ। ਕੋਈ ਹੋਰ ਦੂਜਾ ਰਸਤਾ, ਕੋਈ ਦੂਜੀ ਵਿਚਾਰ ਉਸ ਤੋਂ ਉੱਪਰ ਬਣਦੀ ਹੋਈ ਨਹੀਂ ਹੈ। ਹੁਣ ਪੁੱਛਿਆ ਭੱਟ ਜੀ ਥੋੜਾ ਖੋਲ ਕੇ ਸਮਝਾਓ ਕਿ ਤੁਸੀਂ ਕਹਿਣਾ ਕੀ ਚਾਹ ਰਹੇ ਹੋ। ਤੁਸੀਂ ਤਾਂ ਕਹਿ ਦਿੱਤਾ ਮਥੁਰਾ ਜਨ ਜਾਨ ਕਹੀ ਜੀ ਸਾਚ, ਤਾਂ ਔਰ ਕਛੂ ਨਾ ਵਿਚਾਰਨ, ਉਸ ਤੋਂ ਉੱਪਰ ਕੁਝ ਹੋਰ ਵਿਚਾਰਨ ਨੂੰ ਹੈ ਹੀ ਨਹੀਂ ਹੈ। ਹੁਣ ਤੁਸੀਂ ਸਮਝਾਉਣਾ ਕੀ ਚਾਹੁੰਦੇ ਹੋ? ਭੱਟ ਜੀ ਨੂੰ ਆਪਾਂ ਪੁੱਛੀਏ, ਮਥੁਰਾ ਜੀ ਸਾਨੂੰ ਸਮਝਾਉਣਾ ਕਰੋ। ਹਰ ਨਾਮ ਬੋਹਿਤ ਵੱਡੋ ਕਲ ਮੈਂ, ਭਵ ਸਾਗਰ ਪਾਰ ਉਤਾਰਨ ਕੋ। ਭੱਟ ਜੀ ਕਹਿੰਦੇ ਮੈਨੂੰ ਆਹ ਗੱਲ ਸਮਝ ਆ ਗਈ, ਹੁਣ ਇਸ ਤੋਂ ਉੱਪਰ ਹੋਰ ਕੋਈ ਵਿਚਾਰ ਨਹੀਂ। ਕਿਹੜੀ ਗੱਲ ਸਮਝ ਆ ਗਈ? ਕਹਿੰਦੇ ਹਰ ਨਾਮ ਬੋਹਿਤ ਵੱਡੋ। ਇੱਥੇ ਘਨੋੜਾ ਲੱਗਾ ਹੋਇਆ ਹੈ, ਵੱਡੋ ਤੇ ਵੱਡਾਓ ਥੋੜਾ ਫਰਕ ਹੈ ਉਚਾਰਨ ਦੇ ਵਿੱਚ। ਕਹਿੰਦੇ ਨੇ ਹਰ ਨਾਮ ਬੋਹਿਤ, ਬੋਹਿਤ ਕਹਿੰਦੇ ਨੇ ਜਹਾਜ਼ ਨੂੰ। ਜਿਹੜਾ ਹਰੀ ਦੇ ਨਾਮ ਦਾ ਜਹਾਜ਼ ਹੈ, ਵੱਡੋ ਕਲ ਮੈਂ, ਇਸ ਕਲ ਦਾ ਅਰਥ ਹੈ ਪਾਪ, ਬੁਰੀਆਈਆਂ, ਬੇਕਾਰ, ਜਿਹਦੇ ਵਿੱਚ ਕੂੜ ਫਿਰੇ, ਪ੍ਰਧਾਨ ਵੇ ਲਾ ਲਓ, ਜਿਹਦੇ ਵਿੱਚ ਕੂੜ ਜਿਹੜਾ ਅਗਵਾਈ ਕਰ ਰਿਹਾ। ਇਹ ਕਹਿੰਦੇ ਸੰਸਾਰ ਜਿਹੜਾ ਕਲ ਯੁੱਗ ਦਾ ਸਮਾਂ
ਪਾਪ ਬੁਰਾਈਆਂ ਵਿਕਾਰਾਂ ਨਾਲ ਭਰਿਆ ਹੋਇਆ ਹੈ। ਕਹਿੰਦੇ ਇਸ ਵਿਕਾਰਾਂ ਦੇ ਭਵਜਲ ਵਿੱਚੋਂ ਦੀ ਜੇ ਪਾਰ ਲੰਘਾਉਣ ਵਾਸਤੇ ਕੋਈ ਸਭ ਤੋਂ ਵੱਡਾ ਜਹਾਜ਼ ਹੈ ਤਾਂ ਉਹ ਹੈ ਪਰਮੇਸ਼ਵਰ ਦੇ ਨਾਮ ਦਾ ਜਹਾਜ਼। ਉਹ ਸੱਚੇ ਨਾਮ ਦਾ ਜਹਾਜ਼ ਹੈ। ਹਰ ਨਾਮ ਬੋਹਿਤ ਵੱਡੋ ਕਲ ਮੈਂ, ਭਵ ਸਾਗਰ ਪਾਰ ਉਤਾਰਨ ਕਉ। ਇਸ ਭਵ ਜਲ ਵਿੱਚੋਂ ਦੀ ਪਾਰ ਲੰਘਾਉਣ ਵਾਸਤੇ ਜੇ ਸਭ ਤੋਂ ਵੱਡਾ ਕੋਈ ਜਹਾਜ਼ ਹੈ ਤਾਂ ਉਹ ਹੈ ਸੱਚੇ ਨਾਮ ਦਾ, ਜਿਹੜਾ ਸਾਨੂੰ ਸੱਚੀ ਬਾਣੀ ਦੇ ਰੂਪ ਵਿੱਚ ਮਿਲਿਆ ਹੈ। ਇਸ ਲਈ ਕਹਿੰਦੇ ਆਹ ਗੱਲ ਮੈਨੂੰ ਸਮਝ ਆ ਗਈ, ਤੇ ਜਦੋਂ ਆਹ ਗੱਲ ਸਮਝ ਆਈ ਫਿਰ ਸੋ ਔਰ ਕਛੂ ਨਾ ਵਿਚਾਰਨ ਕੋ, ਇਸ ਤੋਂ ਉੱਪਰ ਕੁਝ ਹੋਰ ਵਿਚਾਰਨ ਨੂੰ ਰਹਿ ਹੀ ਨਹੀਂ ਗਿਆ। ਅਸੀਂ ਸਮੁੰਦਰ ਪਾਰ ਕਰਨਾ ਹੋਵੇ ਤੇ ਇੱਕ ਜਹਾਜ਼ ਸਾਡੇ ਹੱਥੋਂ ਦੀ ਲੰਘ ਜਾਏ ਤੇ ਬੰਦਾ ਕਹਿੰਦਾ ਕੋਈ ਗੱਲ ਨਹੀਂ, ਦੂਜਾ ਜਹਾਜ਼ ਜਿਹੜਾ ਉਹ ਆਉਣ ਵਾਲਾ ਹੀ ਹੈ ਤੇ ਦੂਸਰਾ ਜਹਾਜ਼ ਜਿਹੜਾ ਉਹਦੇ ਤੇ ਸਵਾਰ ਹੋ ਕੇ ਚਲੇ ਜਾਾਂਗੇ। ਜਾਂ ਇੱਕ ਦੇਖੋ ਆ ਹਵਾਈ ਜਹਾਜ਼ ਐਰੋਪਲੇਨ ਚੱਲਦੇ ਨੇ, ਅਸੀਂ ਇੱਕ ਮੁਲਕ ਵਿੱਚ ਜਾਣਾ ਹੋਵੇ ਨਾ ਤੇ ਇੱਕ ਉਹ ਹਵਾਈ ਜਹਾਜ਼ ਹੈ ਜਿਹੜਾ ਸਿੱਧਾ ਹੀ ਮੁਲਕ ਵੱਲ ਜਾਂਦਾ ਹੈ, ਔਰ ਇੱਕ ਉਹ ਹੈ ਜਿਹੜਾ ਵੱਖਰੇ ਵੱਖਰੇ ਮੁਲਕਾਂ ਵਿੱਚ ਸਟੇ ਕਰਕੇ ਜਾਂਦਾ ਹੈ, ਰੁਕ ਕੇ ਜਾਂਦਾ ਹੈ, ਅੱਗੋਂ ਉਹਨੂੰ ਬਦਲਣਾ ਪੈਂਦਾ ਹੈ। ਕਹਿੰਦੇ ਇੱਕ ਜਿਹੜਾ ਡਾਇਰੈਕਟ ਸਿੱਧਾ ਹੀ ਜਾਣਾ ਸੀ ਉਹ ਸਮਾਂ ਲੰਘ ਗਿਆ ਸਾਡੇ ਹੱਥੋਂ, ਉਹ ਉਡਾਰੀ ਮਾਰ ਗਿਆ, ਉਹ ਉਡਾਨ ਭਰ ਗਿਆ। ਤੇ ਫਿਰ ਕਹਿੰਦੇ ਪੁੱਛਿਆ ਵੀ ਕੋਈ ਹੋਰ ਹੈ? ਕਹਿੰਦੇ ਹੋਰ ਹੈ, ਪਰ ਤੁਹਾਨੂੰ ਫਲਾਣੇ ਮੁਲਕ ਵਿੱਚ ਸਟੇ ਕਰਨੀ ਪੈਣੀ ਹੈ, ਫਲਾਣੇ ਸ਼ਹਿਰ ਵਿੱਚ ਰੁਕਣਾ ਪਏਗਾ ਤੁਹਾਨੂੰ। ਕਹਿੰਦੇ ਰੁਕ ਰੁਕ ਕੇ ਜਾਣਾ ਪਏਗਾ, 2-3 ਸਟੇ ਕਰਕੇ ਫਿਰ ਜਾਣਾ ਪਏਗਾ। ਸਾਡੇ ਕੋਲ ਇੱਕ ਆਪਸ਼ਨ ਜਿਹੜੀ ਸੀ ਉਹ ਲੰਘ ਗਈ, ਸਾਡੇ ਕੋਲ ਦੂਜੀ ਹੈ, ਸਾਡੇ ਕੋਲ ਤੀਜੀ ਹੈ। ਅਸੀਂ ਤੀਜਾ ਵੀ ਜੇ ਨਾ ਹੱਲ ਹੋਵੇ ਤੇ ਚੌਥਾ ਹੱਲ ਕੱਢ ਲਾਂਗੇ, ਪਰ ਜਿਹੜਾ ਭਵਜਲ ਵਿੱਚੋਂ ਦੀ ਪਾਰ ਹੋਣਾ ਨਾ, ਇਹਦੇ ਵਾਸਤੇ ਕੋਈ ਦੂਜਾ ਜਹਾਜ਼ ਹੈ ਹੀ ਨਹੀਂ ਹੈ, ਇੱਥੇ ਕੋਈ ਹੈ ਹੀ ਨਹੀਂ। ਜੇ ਅਸੀਂ ਕਹੀਏ ਵੀ ਨਾਮ ਦੀ ਕਮਾਈ ਨਾ ਕਰੀਏ, ਨਾਮ ਦੇ ਅਭਿਆਸੀ ਨਾ ਬਣੀਏ, ਤਾਂ ਫਿਰ ਕਹਿੰਦੇ ਧਿਆਨ ਰੱਖਿਓ ਆਹ ਜਿਹੜਾ ਜਹਾਜ਼ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਦਿੱਤਾ ਨਾ, ਕਿਉਂਕਿ ਗੁਰੂ ਵੀ ਜਹਾਜ਼ ਹੈ ਤੇ ਗੁਰੂ ਵੀ ਮਲਾਹ ਹੈ, ਤੇ ਗੁਰੂ ਤੋਂ ਬਿਨਾ ਤਰਿਆ ਵੀ ਕੋਈ ਨਹੀਂ ਜਾਣਾ। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਆਹ ਜਹਾਜ਼ ਦੇ ਦਿੱਤਾ ਹੈ। ਤੇ ਜਿਵੇਂ ਬਾਹਰ ਦੇ ਜਹਾਜ਼ ਦੇ ਵਿੱਚ ਟਿਕਟ ਲੈਣੀ ਪੈਂਦੀ ਹੈ, ਵੀਜ਼ਾ ਲਵਾਉਣਾ ਪੈਂਦਾ ਹੈ ਨਾ, ਪਰ ਧਿਆਨ ਰੱਖਿਓ ਇੱਥੇ ਆ ਕੇ ਕੋਈ ਕਿਸੇ ਜਾਤ ਪਾਤ, ਕੋਈ ਜਿਹੜਾ ਊਚ ਨੀਚਤਾ ਦਾ ਫਰਕ ਨਹੀਂ, ਇੱਥੇ ਸਿਰਫ ਇਨਸਾਨੀਅਤ ਵੇਖੀ ਜਾਂਦੀ ਹੈ। ਇੱਥੇ ਹਰ ਕੋਈ ਆ ਕੇ ਇਸ ਸਤਿਗੁਰੂ ਜੀ ਦੀ ਬਾਣੀ ਨਾਲ ਜੁੜ ਕੇ ਅੰਮ੍ਰਿਤ ਬਾਣੀ ਦਾ ਆਸਰਾ ਲੈ ਕੇ ਇਸ ਜਹਾਜ਼ ਵਿੱਚ ਬੈਠ ਕੇ ਭਵਜਲ ਤੋਂ ਪਾਰ ਹੋ ਸਕਦਾ ਹੈ। ਇਹ ਵੰਡੀਆਂ ਅਸੀਂ ਪਾਈਆਂ ਨੇ, ਨਫ਼ਰਤ ਅਸੀਂ ਫੈਲਾਈ ਹੈ, ਪਰ ਜਦੋਂ ਗੁਰੂ ਘਰ ਆਉਂਦੇ ਆ ਇੱਥੇ ਸਾਡੇ ਅੰਦਰ ਦੀਆਂ ਵੰਡੀਆਂ ਨੂੰ ਮੁਕਾ ਕੇ ਸਾਨੂੰ ਇੱਕ ਇਨਸਾਨੀਅਤ ਦਾ ਪਹਾੜਾ ਪੜਾਇਆ ਜਾਂਦਾ ਹੈ। ਇੱਥੇ ਤਾਈਂ ਤਾਂ ਆਵਾਜ਼ ਆਉਂਦੀ ਹੈ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕਉ ਮੰਦੇ। ਖੈਰ ਭੱਟ ਜੀ ਕਹਿੰਦੇ ਜੋ ਮੈਨੂੰ ਸਮਝ ਆਈ ਉਹਦੇ ਤੋਂ ਉੱਪਰ ਹੋਰ ਕੋਈ ਵਿਚਾਰ ਨਹੀਂ ਹੈ। ਉਹ ਇਹੀ ਹੈ ਕਿ ਹਰ ਨਾਮ ਬੋਹਿਤ ਵੱਡੋ ਕਲ ਮੈਂ, ਭਵ ਸਾਗਰ ਪਾਰ ਉਤਾਰਨ ਕੋ। ਭਵ ਸਾਗਰ ਵਿੱਚੋਂ ਜੇ ਕੋਈ ਸਾਨੂੰ ਪਾਰ ਉਤਾਰਾ ਸਾਡਾ ਕਰਵਾ ਸਕਦਾ ਹੈ, ਇਹ ਜਿੰਦ ਕਰਕੇ ਅੰਦਰ ਜਿਹੜੀ ਜਿੰਦ ਹੈ ਉਹਦਾ ਪਾਰ ਉਤਾਰਾ ਜੇ ਕੋਈ ਕਰਵਾ ਸਕਦਾ ਹੈ ਤੇ ਉਹ ਹਰੀ ਦਾ, ਪਰਮੇਸ਼ਵਰ ਦਾ ਆ ਸੱਚੀ ਬਾਣੀ ਦੇ ਵਿੱਚ ਸੱਚਾ ਨਾਮ ਹੈ, ਜਿਹੜਾ ਗੁਰੂ ਘਰ ਵਿੱਚ ਆ ਕੇ ਭੱਟ ਕਹਿੰਦੇ ਸਾਨੂੰ ਸਮਝ ਆਈ ਹੈ। ਸੰਤਤ ਹੀ ਸਤ ਸੰਗਤ ਸੰਗ, ਸੁਰੰਗ ਰਤੇ ਜਸ ਗਾਵਤ ਹੈ। ਭੱਟ ਜੀ ਕਹਿੰਦੇ ਦੇਖਿਆ ਹੈ ਕਿ ਜਿਸ ਗੁਰੂ ਘਰ ਦੀ ਪਹਿਲਾਂ ਗੱਲ ਕੀਤੀ ਕਿ ਗੁਰੂ ਸਮਰੱਥ ਗਹਿ ਕਰੀਆ, ਕਿ ਸਮਰੱਥ ਗੁਰੂ ਦਾ ਪੱਲਾ ਜਿਹੜਾ ਸੀ ਉਹ ਪਕੜਿਆ, ਤੇ ਫਿਰ ਗੁਰੂ ਘਰ ਵਿੱਚ ਆਏ ਤਾਂ ਪਤਾ ਲੱਗਾ ਕਿ ਹਰ ਨਾਮ ਬੋਹਿਤ ਵੱਡੋ ਕਲ ਮੈਂ, ਭਵ ਸਾਗਰ ਪਾਰ ਉਤਾਰਨ ਕੋ। ਗੁਰੂ ਘਰ ਦੇ ਅੰਦਰ ਆ ਕੇ ਜੁੜ ਗਏ ਤੇ ਪਤਾ ਲੱਗਾ। ਹੁਣ ਇੱਥੇ ਜਦੋਂ ਆਏ ਤੇ ਕੀ ਦੇਖਿਆ? ਇੱਥੇ ਆ ਕੇ ਕਹਿੰਦੇ ਦੇਖਿਆ ਸੰਤਤ ਹੀ ਸਤ ਸੰਗਤ ਸੰਗ। ਸੰਤਤ ਜਿਨ੍ਹਾਂ ਨੇ ਆਪਣੇ ਮਨ ਨੂੰ ਸ਼ਾਂਤ ਕੀਤਾ ਹੈ,
ਜਿਹੜੇ ਗੁਰਮੁਖ ਨੇ, ਇੱਥੇ ਸੰਤਤ ਦਾ ਅਰਥ ਆਪਾਂ ਗੁਰਮੁਖ ਕਰ ਸਕਦੇ ਹਾਂ ਕਿ ਜਿਹੜੇ ਗੁਰਮੁਖ ਨੇ ਉਹ ਸਤ ਸੰਗਤ, ਤਤੇ ਨੂੰ ਸਿਹਾਰੀ ਸਤ ਸੰਗਤ ਵਿੱਚ ਜਿਹੜੇ ਗੁਰਮੁਖ ਜਨ ਸਨ ਉਹ ਸੰਗਤ ਵਿੱਚ ਬੈਠ ਕੇ ਸੋ ਰੰਗ ਰਤੇ, ਸੋ ਰੰਗ, ਸੋਹਣੇ ਰੰਗ ਦੇ ਵਿੱਚ। ਆਪਾਂ ਇੱਥੇ ਆਏ ਆ, ਗੁਰੂ ਘਰ ਦੇ ਅੰਦਰ ਦਰਬਾਰ ਵਿੱਚ ਬੈਠੇ ਹੋਏ ਆ। ਇੱਥੇ ਇੱਕੋ ਹੀ ਰੰਗ ਸੋਹਣਾ ਹੈ ਜਿਹੜਾ ਸਾਨੂੰ ਗੁਰਬਾਣੀ ਦੇ ਅੰਦਰੋਂ ਦੀ ਚੜ੍ਹਨਾ ਹੈ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁਠੇ ਹਰ ਰੰਗ ਚਾੜਿਆ, ਬਹੁੜ ਨਾ ਹੋਵੀ ਭੰਗ। ਗੁਰੂ ਨੇ ਤਰੁੱਠ ਕੇ ਉਹ ਰੰਗ, ਤੇ ਉਸ ਰੰਗ ਦਾ ਜਿਹੜਾ ਰੰਗ ਹੈ ਨਾ ਉਹ ਕਿਹੜੇ ਰੰਗਾਂ ਦੇ ਵਿੱਚੋਂ ਹੈ ਉਹਦੀ ਵੀ ਤੁਲਨਾ ਦਿੱਤੀ ਹੈ। ਕਹਿੰਦੇ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਕਹਿੰਦੇ ਜਿਹਦੇ ਭਾਗ ਵੱਡੇ ਹੋ ਗਏ ਸਤ ਸੰਗ ਚ ਆ ਕੇ ਉਹਨੂੰ ਇਹ ਸੋਹਣਾ ਰੰਗ ਜਿਹੜਾ ਸੀ ਲੱਗ ਗਿਆ। ਤੇ ਜਿਹੜੇ ਸੋਹਣੇ ਰੰਗਾਂ ਵਿੱਚ ਰੰਗੇ ਗਏ ਉਹਨਾਂ ਨੂੰ ਕਿਸੇ ਹੋਰ ਰੰਗ ਵਿੱਚ ਰੰਗਣ ਦੀ ਲੋੜ ਨਹੀਂ ਪੈਂਦੀ। ਧਿਆਨ ਰੱਖਣਾ, ਅਸੀਂ ਇੱਥੇ ਆਉਣਾ ਸੀ ਸਿੰਪਲ, ਸਧਾਰਨ ਤੌਰ ਤੇ। ਅਸੀਂ ਕੋਈ ਦੁਨੀਆ ਦੇ ਬਹੁਤੇ ਗੂੜੇ ਰੰਗਾਂ ਵਿੱਚ ਰੰਗ ਕੇ ਨਹੀਂ ਸੀ ਆਉਣਾ। ਸਿਰਫ ਅਸੀਂ ਇੱਥੇ ਸਧਾਰਨ ਤੌਰ ਤੇ ਸਾਦੇ ਜਿਹੇ ਪੰਨ ਵਿੱਚ ਆ ਕੇ ਅੰਦਰੋਂ ਨਾਮ ਦੇ ਰੰਗ ਵਿੱਚ ਰੰਗਣ ਲਈ ਆਉਣਾ ਸੀ। ਇੱਥੇ ਵੀ ਇੱਕ ਬੇਨਤੀ ਕਰਦਾ ਜਾਵਾਂ, ਮਾਫ ਕਰਨਾ ਜੇ ਕੋਈ ਵਾਦ ਘਾਟ ਹੋ ਜਾਏ। ਕਈ ਵਾਰ ਅਸੀਂ ਜਿਹੜੇ ਦੁਨੀਆ ਦੇ ਰੰਗ ਨੇ ਨਾ, ਸਾਡੇ ਵੱਖਰੇ ਵੱਖਰੇ ਡਿਜ਼ਾਈਨ ਕੱਪੜਿਆਂ ਦੇ, ਕਈ ਵਾਰ ਐਸਾ ਵੇਖਣ ਵਿੱਚ ਆਉਂਦਾ ਹੈ ਕਿ ਸਾਡਾ ਆਉਣਾ ਸਿਰਫ ਇਹੀ ਹੁੰਦਾ ਹੈ ਕਿ ਫਲਾਣੇ ਨੂੰ ਪਤਾ ਲੱਗ ਜਾਏ ਕਿ ਮੈਂ ਕਿਹੜੇ ਰੰਗ ਦਾ ਸੂਟ ਪਾਇਆ, ਕਿ ਮੇਰੇ ਕੋਲ ਜਿਹੜੇ ਰੰਗ ਦਾ ਹੈ ਕੱਪੜਾ ਉਹ ਕਿਸੇ ਹੋਰ ਕੋਲ ਹੋ ਹੀ ਨਹੀਂ ਸਕਦਾ। ਬਹੁਤਾਤ ਵਿੱਚ ਤੁਸੀਂ ਜਦੋਂ ਫੰਕਸ਼ਨ ਹੁੰਦੇ ਨੇ ਨਾ, ਉਦੋਂ ਇਹੀ ਵੇਖਿਆ ਕਰੋ ਇੱਕ ਤੋਂ ਇੱਕ ਵੱਧ ਕੇ ਜਿਹੜਾ ਉਹ ਰੰਗਾਂ ਵਿੱਚ ਰੰਗੇ ਆਉਂਦੇ ਨੇ। ਤੇ ਜਦੋਂ ਆਪਸ ਵਿੱਚ ਬੈਠ ਕੇ ਗੱਲਾਂ ਕਰਦੇ ਆ, ਉੱਥੇ ਗੁਰਬਾਣੀ ਦੀ ਗੱਲ ਨਹੀਂ, ਉੱਥੇ ਇਹੀ ਗੱਲ ਹੁੰਦੀ ਹੈ ਵੀ ਤੂੰ ਕਿੱਥੋਂ ਲਿਆਂਦਾ ਤੇ ਮੈਂ ਕਿੱਥੋਂ ਲਿਆਂਦਾ। ਅਸੀਂ ਤੇ ਬਾਹਰ ਦੇ ਰੰਗਾਂ 'ਚ ਹੀ ਉਲਝ ਗਏ, ਪਰ ਇੱਥੇ ਤੇ ਸੋਹਣਾ ਰੰਗ ਨਾਮ ਦਾ ਸੀ ਜਿਹੜਾ ਅੰਦਰ ਲਾਉਣ ਲਈ, ਅੰਦਰ ਚਾੜਨ ਲਈ ਆਏ ਸਾਂ। ਪਰ ਉਹ ਤਾਂ ਚੜਨਾ ਸੀ ਜੇ ਬਾਹਰੋਂ ਸਾਦਗੀ ਸਾਡੇ ਵਿੱਚ ਹੁੰਦੀ। ਅਸੀਂ ਬਾਹਰੋਂ ਰੰਗੇ ਹੋਏ ਆਏ, ਅੰਦਰੋਂ ਰੰਗਣਾ ਭੁੱਲ ਹੀ ਗਏ ਤੇ ਬਾਹਰ ਦੇ ਰੰਗਾਂ ਵਿੱਚ ਹੀ ਉਲਝ ਕੇ ਰਹਿ ਗਏ। ਹੁਣ ਇੱਥੇ ਭੱਟ ਜੀ ਕੀ ਕਹਿੰਦੇ ਨੇ? ਕਹਿੰਦੇ ਸੰਤਤ ਹੀ ਗੁਰਮੁਖ ਜਨ ਜਿਹੜੇ ਨੇ ਸਤ ਸੰਗਤ ਸੰਗ, ਆ ਸਤ ਸੰਗੀਆਂ ਦੇ ਨਾਲ ਰਲ ਕੇ ਸੋ ਰੰਗ ਰਤੇ, ਸੋਹਣੇ ਰੰਗ ਵਿੱਚ ਰਤੇ ਹੋਏ ਜਸ ਗਾਵਤ ਹੈ। ਕਹਿੰਦੇ ਉਸ ਮਾਲਕ ਦਾ ਜਸ ਗਾਉਂਦੇ ਪਏ ਨੇ। ਭੱਟ ਜੀ ਕਹਿੰਦੇ ਜਦੋਂ ਮੈਂ ਗੁਰੂ ਸਾਹਿਬ ਦੇ ਘਰ ਆਇਆ ਤੇ ਸੰਗਤ ਵਿੱਚ ਆ ਕੇ ਵੇਖਿਆ ਗੁਰਮੁਖ ਜਨ ਨਾਮ ਦੇ ਰੰਗ, ਸੋਹਣੇ ਰੰਗ ਵਿੱਚ ਰਤੇ ਹੋਏ ਜਸ ਗਾਵਤ ਹੈ। ਉਸ ਅਕਾਲ ਪੁਰਖ ਪਰਮੇਸ਼ਵਰ ਦਾ ਜਸ ਜਿਹੜਾ ਉਹ ਗਾਉਂਦੇ ਪਏ ਹਨ। ਧਰਮ ਪੰਥ ਤਰਿਓ ਤਰਨੀ ਤਰ ਆਪ, ਰਹੇ ਲਿਵ ਧਾਰ ਨਾ ਧਾਵਤ ਹੈ। ਕਹਿੰਦੇ ਐਸਾ ਰੰਗ ਵੇਖਣ ਨੂੰ ਮਿਲਿਆ ਗੁਰਮੁਖਾਂ ਦੇ ਵਿੱਚ ਜਿਹੜੇ ਰੱਤੇ ਹੋਏ ਉਹਦਾ ਜਸ ਗਾਉਂਦੇ ਪਏ ਸਨ। ਇਹ ਉਹ ਪੰਥ ਰਸਤਾ ਹੈ ਧਰਮ ਦਾ, ਇਹ ਉਹ ਧਰਮ ਦਾ ਰਸਤਾ ਹੈ ਜਿਹਨੂੰ ਧਰਨੀ ਧਰ ਨੇ ਆਪ ਬਣਾਇਆ। ਧਿਆਨ ਰੱਖਿਓ, ਜਦੋਂ ਆਹ ਭੱਟ ਜੀ ਦੀ ਇੱਕ ਪੰਕਤੀ ਸਾਨੂੰ ਸਮਝ ਆ ਗਈ ਨਾ, ਅੱਜ ਜਿੰਨੇ ਵਾਦ ਵਿਵਾਦ ਨੇ ਸਾਰੇ ਹੀ ਖਤਮ ਹੋ ਜਾਣ। ਜਿੰਨੀਆਂ ਉਲਝਣਾਂ ਵਿੱਚ ਉਲਝੇ ਪਏ ਨਾ, ਸਾਰੀਆਂ ਹੀ ਗੰਢਾਂ ਖੁੱਲ ਜਾਣਗੀਆਂ, ਉਲਝਣਾਂ ਸਾਰੀਆਂ ਸੁਲਝ ਜਾਣਗੀਆਂ ਜੇ ਸਾਨੂੰ ਆਹ ਪੰਥ ਦੀ ਸਮਝ ਆ ਜਾਏ। ਪੰਥ ਦਾ ਅਰਥ ਹੈ ਰਸਤਾ। ਇਹ ਰਸਤਾ ਕਿਸੇ ਬੰਦੇ ਨੇ ਨਹੀਂ ਬਣਾਇਆ, ਇਹ ਰਸਤਾ ਕਿਸੇ ਸਾਡੇ ਜਿਹੜੇ ਆ ਉਹ ਸਾਡੀ ਪੀੜ੍ਹੀਆਂ ਵਿੱਚੋਂ ਕਿਸੇ ਸਾਡੇ ਵੱਡੇ ਨੇ ਨਹੀਂ ਬਣਾਇਆ। ਇਹ ਪੰਥ, ਇਹ ਰਸਤਾ ਆਪ ਅਕਾਲ ਪੁਰਖ ਨੇ ਬਣਾਇਆ ਹੈ। ਕੁਝ ਨੁਕਤੇ ਸੀ ਜਿਹੜੇ ਬਰੀਕੀ ਨਾਲ ਸਮਝਣੇ ਸਨ। ਪਹਿਲੀ ਗੱਲ, ਗੁਰੂ ਨਾਨਕ ਸਾਹਿਬ ਜੀ ਧਰਮ ਦੀ ਗੱਲ, ਮਰਿਆਦਾ ਦੀ ਗੱਲ। ਧਰਮ ਦਾ ਅਰਥ ਕੀ ਹੁੰਦਾ ਹੈ? ਮਰਿਆਦਾ, ਰੂਲ ਜਿਹਨੂੰ ਆਪਾਂ ਕਹਿੰਦੇ ਆ। ਧਰਮ ਦੀ ਗੱਲ, ਮਰਿਆਦਾ ਦੀ ਗੱਲ ਸਮਝਾਉਣ ਵਾਸਤੇ ਸਤਿਗੁਰੂ ਜੀ ਇੱਕ ਰਸਤਾ ਗੁਰੂ ਸਾਹਿਬ ਨੇ ਬਣਾ ਕੇ ਚੱਲਣਾ ਕੀਤਾ। ਉਹ ਰਸਤਾ ਕੀ ਸੀ? ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਪੰਥ ਕਹਿੰਦੇ ਰਸਤਾ। ਹੁਣ ਉਹੀ ਪੰਥ ਜਿਹੜਾ ਚਲਾਇਆ ਅਕਾਲ ਪੁਰਖ ਦੇ ਹੁਕਮ ਵਿੱਚ, ਉਹਨੂੰ ਜਦੋਂ ਖਾਲਸਾ ਪੰਥ ਦੀ ਮੋਹਰ ਲਾਈ, ਰਸਤਾ ਇੱਕੋ ਹੀ ਹੈ। ਜਦੋਂ ਉਹਦੇ ਉੱਤੇ ਖਾਲਸਾ ਪੰਥ ਦੀ ਮੋਹਰ ਲਾਈ ਤੇ ਕਲਗੀਧਰ ਪਾਤਸ਼ਾਹ ਨੇ ਕਿਤੇ ਲਿਖਿਆ ਵੀ ਇਹ ਮੋਹਰ ਮੈਂ ਲਾਈ ਹੈ,
ਕਿਤੇ ਵੀ ਲਿਖਿਆ ਗੁਰੂ ਕਲਗੀਧਰ ਪਾਤਸ਼ਾਹ ਨੇ ਕਿ ਇਹ ਮੋਰ ਜਿਹੜੀ ਹੈ ਖਾਲਸਾ ਪੰਥ ਦੀ ਮੈਲ ਆਈ ਹੈ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਪਰਮਾਤਮ ਪਰਮ ਆਤਮਾ ਅਕਾਲ ਪੁਰਖ ਦੀ ਮੌਜ ਵਿੱਚ ਇਹ ਖਾਲਸਾ ਪੰਥ ਪ੍ਰਗਟ ਹੋਇਆ। ਇਹ ਜਿਹੜਾ ਖਾਲਸਾ ਪੰਥ ਦਾ ਰਾਹ ਹੈ, ਇਹਨੂੰ ਕਿਸੇ ਬੰਦੇ ਨੇ ਦੁਨੀਆ 'ਚ ਨਹੀਂ ਬਣਾਇਆ, ਇਹਨੂੰ ਖੁਦ ਆਪ ਧਰਨੀ ਧਰ ਨੇ ਬਣਾਇਆ ਹੈ। ਹੁਣ ਭੱਟ ਜੀ ਦੇ ਇਹ ਬਚਨ ਬੜੇ ਧਿਆਨ ਨਾਲ ਸਮਝਣ ਵਾਲੇ ਨੇ। ਭੱਟ ਜੀ ਕਹਿ ਰਹੇ ਨੇ, ਕਹਿੰਦੇ ਧਰਮ ਪੰਥ ਧਰਿਓ ਧਰਨੀ ਧਰ। ਧਰਨੀ ਕੀ ਹੁੰਦਾ? ਧਰਤੀ। ਧਰ ਦਾ ਅਰਥ ਕੀ ਹੁੰਦਾ? ਆਸਰਾ। ਜਿਨੇ ਇਸ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ, ਜਿਨੇ ਇਸ ਪੂਰੇ ਬ੍ਰਹਿਮੰਡ ਨੂੰ ਆਸਰਾ ਦਿੱਤਾ ਹੋਇਆ ਹੈ। ਅਸੀਂ ਕਹਿੰਦੇ ਆ ਮੇਰੇ ਆਸਰੇ ਫਲਾਣਾ ਫਲਾਣਾ, ਤੇ ਜਿਹੜਾ ਆਸਮਾਨ ਹੈ ਇਹ ਕਿਹਦੇ ਆਸਰੇ ਹੈ? ਆਸਮਾਨ ਤੇ ਰਾਤ ਨੂੰ ਜਦੋਂ ਅਸੀਂ ਵੇਖਦੇ ਹਾਂ ਕਿੰਨੇ ਤਾਰੇ ਟਿਮਟਮਾਉਂਦੇ ਨੇ, ਸੂਰਜ ਚੰਦਰਮਾ ਸਾਨੂੰ ਆਸਮਾਨ ਤੇ ਗ੍ਰਹਿ ਦਿਸਦੇ ਨੇ, ਵਿਗਿਆਨ ਨਾਲ ਕਿੰਨੇ ਗ੍ਰਹਿ ਅਸੀਂ ਵੇਖ ਲੈਂਦੇ ਆ, ਉਹ ਕਿਹਦੇ ਆਸਰੇ ਨੇ? ਉਹਨਾਂ ਨੂੰ ਕਿਹਦੀ ਸਪੋਰਟ ਹੈ? ਕਿਹਦਾ ਆਸਰਾ? ਅਸੀਂ ਤਾਂ ਜ਼ਮੀਨ ਵਿੱਚ ਬੀਜ ਪਾਇਆ ਸੀ, ਪਰ ਉਹ ਕਿਹਦੇ ਆਸਰੇ ਪੁੰਗਰ ਪਿਆ? ਉਹਦੇ ਵਿੱਚੋਂ ਬੂਟਾ, ਉਹਦੇ ਚੋਂ ਫਲ ਰੰਗ ਬਰੰਗੇ ਫੁੱਲ ਜਿਹੜੇ ਸੀ ਉਹ ਕਿਹਦੇ ਆਸਰੇ ਉਹਦੇ ਰੰਗ ਭਰੇ ਗਏ? ਇੱਕ ਬੀਜ ਪਾਇਆ ਸੀ, ਫਲ ਤੋੜਿਆ, ਉੱਚੋਂ ਕਈ ਬੀਜ ਹੋਰ ਨਿਕਲ ਆਏ, ਉਹ ਕਿਹਦੇ ਆਸਰੇ? ਅਸੀਂ ਉਸ ਕਰਤੇ ਨੂੰ ਸਮਝਣ ਦਾ ਯਤਨ ਕਰੀਏ। ਕਹਿੰਦੇ ਆਹ ਜਿਹੜਾ ਧਰਮ ਦਾ ਪੰਥ ਹੈ, ਇਹ ਵੀ ਧਰਮ ਦਾ ਪੰਥ ਉਸ ਧਰਨੀ ਧਰ ਨੇ ਬਣਾਇਆ ਹੈ। ਐਵੇਂ ਇਸ ਰਾਹ ਤੋਂ ਭਟਕੋ ਨਾ, ਇੱਕ ਪੰਥ ਇੱਕ ਰਾਹ ਤੇ ਤੁਰ ਕੇ ਉਸ ਨਿਰੰਕਾਰ ਵਿੱਚ ਅਭੇਦ ਹੋ ਜਾਓ। ਪੰਥ ਧਰਮ ਪੰਥ ਧਰਿਓ ਧਰਨੀ ਧਰ ਆਪ। ਉਹਨੇ ਆਪ ਇਹ ਪੰਥ ਚਲਾਇਆ ਹੈ, ਕਿਉਂਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਕਹਿੰਦੇ ਉਹ ਨਿਰੰਕਾਰ ਨੇ ਆਪ ਨਾਨਕ ਜੀ ਦੇ ਰੂਪ ਵਿੱਚ ਇਸ ਪੰਥ ਨੂੰ ਚਲਾਇਆ ਹੈ। ਕਹਿੰਦੇ ਨੇ ਧਰਮ ਪੰਥ ਧਰਿਓ ਧਰਨੀ ਧਰ ਆਪ, ਰਹੇ ਲਿਵ ਧਾਰ ਨਾ ਧਾਵਤ ਹੈ। ਆ ਜਿਹੜੇ ਸੰਤਤ ਗੁਰਮੁਖ ਜਨ ਸਤ ਸੰਗਤ ਵਿੱਚ ਬੈਠ ਕੇ ਸੋਹਣੇ ਰੰਗਾਂ ਵਿੱਚ ਰੰਗੇ ਹੋਏ ਉਹਦਾ ਜਸ ਗਾਉਂਦੇ ਭੱਟ ਜੀ ਕਹਿੰਦੇ ਮੈਨੂੰ ਦਿਸਦੇ ਨੇ ਨਾ, ਇਹ ਰਹੇ ਲਿਵ ਧਾਰ ਨਾ ਧਾਵਤ ਹੈ। ਇਹਨਾਂ ਨੇ ਆਪਣੀ ਲਿਵ ਨੂੰ ਇਸ ਅਕਾਲ ਪੁਰਖ ਦੇ ਨਾਮ ਨਾਲ ਜੋੜ ਕੇ ਐਸਾ ਟਿਕਾ ਲਿਆ ਕਿ ਇਹਨਾਂ ਦਾ ਮਨ ਹੁਣ ਕਿਤੇ ਧਾਵਤ ਦੌੜਦਾ ਹੀ ਨਹੀਂ ਹੈ। ਇਹਨਾਂ ਦਾ ਮਨ ਕਿਤੇ ਗੁਰਮੁਖਾਂ ਦਾ ਭਟਕਦਾ ਹੀ ਨਹੀਂ ਹੈ। ਮਥੁਰਾ ਭਨ ਭਾਗ ਭਲੇ ਉਨਕੇ, ਮਨ ਇੱਛਤ ਹੀ ਫਲ ਪਾਵਤ ਹੈ। ਮਥੁਰਾ ਜੀ ਭੱਟ ਜੀ ਕਹਿ ਰਹੇ ਨੇ ਕਿ ਜਿਹੜੇ ਮੈਂ ਗੁਰਮੁਖ ਵੇਖੇ ਨੇ ਸਤ ਸੰਗ ਦੇ ਵਿੱਚ ਸੁਰੰਗ ਰਤੇ, ਸੋਹਣੇ ਰੰਗਾਂ ਵਿੱਚ ਰੰਗੇ ਹੋਏ, ਉਸ ਮਾਲਕ ਦਾ ਜਸ ਗਾਉਂਦੇ ਹੋਏ, ਜਿਹੜਾ ਪੰਥ ਗੁਰੂ ਨਾਨਕ ਸਾਹਿਬ ਜੀ ਨੇ ਮਾਰਗ ਤੋਰਿਆ, ਉਸ ਮਾਰਗ ਤੇ ਲਿਵ ਲਾ ਕੇ ਜੁੜੇ ਹੋਏ ਜਦੋਂ ਮੈਂ ਵੇਖੇ ਨੇ, ਕਹਿੰਦੇ ਜਿਨ੍ਹਾਂ ਦੇ ਮਨ ਕਿਤੇ ਨਹੀਂ ਭਟਕਦੇ ਪਏ, ਸੁਰਤ ਮਨ ਕਰਕੇ ਟਿਕੇ ਹੋਏ ਨੇ, ਤੇ ਜਦੋਂ ਉਹਨਾਂ ਰੰਗ ਰਤੜੀਆਂ ਰੂਹਾਂ ਨੂੰ ਵੇਖਿਆ ਨਾ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ, ਜੇ ਮਿਲੈ ਜੀ ਕਹੋ ਨਾਨਕ ਕੀ ਅਰਦ। ਜਿਹੜੇ ਉਹ ਰੰਗ ਰਤੜੀਆਂ ਰੂਹਾਂ ਰੰਗੀਆਂ ਹੋਈਆਂ ਵੇਖੀਆਂ ਨਾ, ਤੇ ਭੱਟ ਜੀ ਕਹਿੰਦੇ ਮੈਨੂੰ ਸਮਝ ਆ ਗਈ। ਮਥੁਰਾ ਭੰਨ, ਭੰਨ ਦਾ ਅਰਥ ਹੈ ਕਹਿਣਾ ਆਖਣਾ। ਭੰਨ ਮਥੁਰਾ ਜੀ ਬੋਲ ਰਹੇ ਨੇ, ਭਾਗ ਭਲੇ ਉਨ ਕੇ, ਉਹਨਾਂ ਦੇ ਭਾਗ ਕਿੰਨੇ ਚੰਗੇ ਨੇ, ਉਹਨਾਂ ਦੇ ਭਾਗ ਕਿੰਨੇ ਸੋਹਣੇ ਨੇ, ਉਹਨਾਂ ਦੇ ਵੱਡੇ ਭਾਗ ਨੇ ਜਿਹੜੇ ਗੁਰਮੁਖਾਂ ਦੀ ਰੰਗ ਰਤੜੀਆਂ ਦੀ ਸੰਗਤ ਵਿੱਚ ਬੈਠ ਕੇ ਕੇਵਲ ਤੇ ਕੇਵਲ ਨਾਮ ਦੇ ਰੰਗ ਵਿੱਚ ਰਤੇ ਹੋਏ ਇੱਕ ਦਾ ਜਸ ਗਾਉਂਦੇ। ਵੈਸੇ ਸੰਗਤ ਕਹਿੰਦੇ ਕਿਹਨੂੰ ਨੇ? ਸਤ ਸੰਗਤ ਵੀ ਉਹਨੂੰ ਕਹਿੰਦੇ ਜਿੱਥੇ ਗੱਲ ਇੱਕ ਦੀ ਹੋਵੇ। ਜਿੱਥੇ ਬਹੁਤਿਆਂ ਦੀ ਗੱਲ ਹੋਵੇ ਉਹ ਸਤ ਸੰਗਤ ਨਹੀਂ ਰਹਿ ਜਾਂਦੀ, ਮਾਫ ਕਰਨਾ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ, ਜਿੱਥੇ ਕੇਵਲ ਤੇ ਕੇਵਲ ਇੱਕ ਰਸ ਹੋਵੇ ਨਾਮ ਦਾ। ਕਹਿੰਦੇ ਇੱਕ ਰਸ ਵਿੱਚ ਇੱਕ ਨਾਮ ਵਿੱਚ ਰਤੇ ਹੋਏ ਵੇਖੇ। ਤੇ ਭੰਨ ਮਥੁਰਾ ਜੀ ਕਹਿੰਦੇ ਮੈਂ ਬੋਲ ਪਿਆ, ਭਾਗ ਭਲੇ ਉਨ ਕੇ, ਉਹਨਾਂ ਦੇ ਭਾਗ ਕਿੰਨੇ ਚੰਗੇ ਨੇ, ਉਹ ਕਿੱਡੇ ਵੱਡੇ ਭਾਗਾਂ ਵਾਲੇ ਨੇ। ਮਨ ਇੱਛਤ ਹੀ ਫਲ ਪਾਵਤ ਹੈ, ਉਹ ਰੰਗ ਰਤੜੀਆਂ ਰੂਹਾਂ ਜੋ ਮਨ ਦੇ ਵਿੱਚ ਇੱਛਾ ਉਹਨਾਂ ਦੇ ਪ੍ਰਗਟ ਹੁੰਦੀ ਹੈ ਉਹੀ ਫਲ
ਉਹ ਮਾਲਕ ਦੇ ਚਰਨਾਂ ਵਿੱਚੋਂ ਪਾ ਰਹੇ ਨੇ। ਧਿਆਨ ਰੱਖਣਾ, ਇੱਥੇ ਜੋ ਕਹਿ ਜਾਂ ਇੱਕ ਬਚਨ ਆਪਾਂ ਪੜ੍ਹਦੇ ਹਾਂ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਹੁਣ ਉਹ ਜੋ ਮਨ ਵਿੱਚ ਇੱਛਾ ਰੱਖਦਾ ਹੈ ਉਹੀ ਪੂਰੀ ਹੋ ਜਾਂਦੀ ਹੈ। ਕਿਉਂ? ਕਿਉਂਕਿ ਉਹਦੇ ਮਨ ਵਿੱਚ ਕੋਈ ਗਲਤ ਇੱਛਾ ਰਹਿ ਹੀ ਨਹੀਂ ਜਾਂਦੀ, ਉਹਦੇ ਮਨ ਵਿੱਚ ਕੋਈ ਗਲਤ ਫੁਰਨਾ ਬਣਦਾ ਹੀ ਨਹੀਂ ਹੈ। ਉਹ ਕਦੇ ਵੀ ਗਲਤ ਮੰਗ ਜਿਹੜੀ ਹੈ ਉਹ ਮੰਗਦਾ ਹੀ ਨਹੀਂ ਹੈ। ਇਸ ਲਈ ਜਿਹੜੇ ਗੁਰਮੁਖ ਰੰਗ ਰੱਤੇ ਹੁੰਦੇ ਨੇ ਔਰ ਜੋ ਮਨ ਵਿੱਚ ਇੱਛਾ ਉਹਨਾਂ ਦੇ ਪ੍ਰਗਟ ਹੁੰਦੀ ਹੈ ਉਹਨੂੰ ਫਲ ਲੱਗ ਜਾਂਦਾ ਹੈ। ਭੱਟ ਜੀ ਕਹਿੰਦੇ ਮੈਂ ਬੋਲਣ ਤੋਂ ਨਹੀਂ ਰਹਿ ਸਕਿਆ, ਮੈਂ ਬੋਲ ਪਿਆ ਆ ਰੰਗ ਰਤੜੀਆਂ ਰੂਹਾਂ ਨੂੰ ਵੇਖ ਕੇ ਕਿ ਭਾਗ ਭਲੇ ਉਨ ਕੇ, ਕਿੰਨੇ ਇਹਨਾਂ ਦੇ ਭਾਗ ਚੰਗੇ ਨੇ। ਜੋ ਮਨ ਵਿੱਚ ਇੱਛਾ ਧਾਰਦੇ ਨੇ ਫਲ ਪਾਵਤ ਹੈ, ਉਹੀ ਫਲ ਇਹ ਮਾਲਕ ਦੇ ਚਰਨਾਂ ਵਿੱਚੋਂ ਪਾਉਂਦੇ ਹਨ। ਰਵ ਕੇ ਸੁਤ ਕੋ ਤਿਨਹ ਤਰਾਸ ਕਹਾ, ਜੋ ਚਰਨ ਗੁਰੂ ਚਿਤ ਲਾਵਤ ਹੈ। ਭੱਟ ਜੀ ਕਹਿੰਦੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਤਰਾਸ ਡਰ ਰਹਿ ਹੀ ਨਹੀਂ ਜਾਂਦਾ। ਡਰਦਾ ਕੌਣ ਹੈ? ਜਿਹੜੇ ਗਲਤ ਕੰਮ ਕਰਦਾ ਹੈ। ਡਰ ਕਿਹਦੇ ਅੰਦਰ ਹੁੰਦਾ ਹੈ? ਜਿਹੜੇ ਮਾੜੇ ਕੰਮ ਕਰਦੇ ਨੇ ਉਹਨਾਂ ਅੰਦਰ ਹੀ ਡਰ ਹੁੰਦਾ ਨਾ, ਵੀ ਕਿਤੇ ਪਕੜਿਆ ਨਾ ਜਾਵਾਂ, ਕਿਤੇ ਸਜ਼ਾ ਨਾ ਮਿਲ ਜਾਏ, ਕਿਤੇ ਆਹ ਨਾ ਹੋ ਜਾਏ। ਜਿਹਦੇ ਅੰਦਰ ਕੋਈ ਬੁਰੀਆਈ ਹੈ ਹੀ ਨਹੀਂ, ਜਿਹੜਾ ਮਾੜਾ ਕਰਮ ਕਰਦਾ ਹੀ ਨਹੀਂ, ਉਹ ਡਰੇਗਾ ਕਿਉਂ? ਸਾਨੂੰ ਬਾਣੀ ਵਿੱਚ ਆਖਿਆ, ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ। ਤੇ ਇੱਕ ਪਾਸੇ ਜਿਹਦੇ ਅੰਦਰ ਬੁਰੀਆਈ ਮਾੜਾ ਕਰਮ ਕੋਈ ਰਿਹਾ ਹੀ ਨਹੀਂ, ਉਹ ਕਹਿੰਦੇ ਸੰਤਨ ਮੋਹ ਕੋ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾ ਕਰੇਗੋ। ਜੋ ਫਾਟਿਓ ਸਗਲਾ ਲੇਖਾ, ਸਾਰਾ ਲੇਖਾ ਹੀ ਜਦੋਂ ਮੁੱਕ ਗਿਆ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਗੁਰੂ ਨਾਨਕ ਸਾਹਿਬ ਦੇ ਘਰ ਆ ਕੇ ਆ ਪੰਥ ਦੇ ਪਾਂਧੀ ਬਣ ਕੇ ਕੀ ਹੁੰਦਾ ਹੈ? ਬੁਰਾਈਆਂ ਦਾ ਤਿਆਗ ਹੁੰਦਾ ਹੈ ਤੇ ਚੰਗੇ ਗੁਣ ਗ੍ਰਹਿਣ ਹੁੰਦੇ ਨੇ। ਗੁਰਬਾਣੀ ਪੜ੍ਹ ਸੁਣ ਕੇ ਅੰਦਰੋਂ ਬੁਰਾਈਆਂ ਖਤਮ ਹੁੰਦੀਆਂ ਨੇ, ਪਾਪ ਖਤਮ ਹੁੰਦਾ ਹੈ ਤੇ ਅੰਦਰ ਚੰਗੇ ਗੁਣ ਅੰਦਰ ਧਾਰਨ ਹੁੰਦੇ ਨੇ। ਇਸ ਲਈ ਕਹਿ ਰਹੇ ਨੇ, ਜਿਨ੍ਹਾਂ ਨੂੰ ਸਤ ਸੰਗਤ ਵਿੱਚ ਆ ਕੇ ਇਹ ਨਾਮ ਦੀ ਪੂੰਜੀ ਮਿਲ ਗਈ, ਉਹਨਾਂ ਦੇ ਮਨ ਦਾ ਧੋਖਾ ਸਾਰਾ ਨਿਕਲ ਗਿਆ। ਉਹ ਕਹਿੰਦੇ ਧਰਮ ਰਾਏ ਕੀ ਕਰ ਲੇਗਾ? ਧਰਮ ਰਾਏ ਅਬ ਕਹਾ ਕਰੇਗੋ, ਕੀ ਕਰੇਗਾ? ਸਾਡਾ ਤਾਂ ਸਾਰਾ ਲੇਖਾ ਹੀ ਮੁੱਕ ਗਿਆ ਇਸ ਪੰਥ ਦੇ ਪਾਂਧੀ ਬਣ ਕੇ। ਇਸ ਲਈ ਹੁਣ ਧਰਮ ਰਾਜ ਦਾ ਕੋਈ ਅੰਦਰ ਡਰ ਜਿਹੜਾ ਖੌਫ ਨਹੀਂ ਰਹਿ ਗਿਆ। ਇੱਥੇ ਭੱਟ ਜੀ ਕਹਿੰਦੇ ਰੱਬ ਕੇ ਸੁੱਤ ਕੋ, ਸੂਰਜ ਦਾ ਪੁੱਤਰ ਮੰਨਿਆ, ਮਨੌਤ ਹੈ, ਮੰਨਿਆ ਗਿਆ ਕਿ ਧਰਮ ਰਾਜ ਜਿਹੜਾ ਸੂਰਜ ਦਾ ਪੁੱਤਰ, ਤਿੰਨ ਤਰਾਸ ਕਹਾਂ, ਤਿੰਨ ਦਾ ਅਰਥ ਹੈ ਉਹਨਾਂ ਨੂੰ, ਕਿਹਨਾਂ ਨੂੰ? ਜਿਹੜੇ ਸੁਰੰਗ ਰਤੇ ਜਸ ਗਾਵਤ ਹੈ, ਜਿਹੜੇ ਸੋਹਣੇ ਰੰਗ ਵਿੱਚ ਰੰਗੇ ਹੋਏ ਉਹਦਾ ਜਸ ਗਾ ਰਹੇ ਨੇ। ਕਹਿੰਦੇ ਨੇ ਜਿਹੜੇ ਇਸ ਧਰਮ ਦੇ ਪੰਥ ਦੇ ਮਾਰਗ ਤੇ ਤੁਰ ਕੇ ਰਹੇ ਲਿਵ ਧਾਰਨਾ ਧਾਵਤ ਹੈ, ਉਹਨਾਂ ਨੂੰ ਕਿੱਥੇ ਇਸ ਜੰਮ ਦਾ ਧਰਮ ਦਾ, ਕਹਿੰਦੇ ਜਿਹੜਾ ਧਰਮ ਰਾਜ ਦਾ ਡਰ ਰਹਿ ਗਿਆ। ਰਬ ਕੇ ਸੁਤ ਕੋ ਤਿਨ ਤਰਾਸ ਕਹਾਂ, ਜੋ ਚਰਨ ਗੁਰੂ ਚਿਤ ਲਾਵਤ ਹੈ, ਜਿਹੜੇ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਇਸ ਸੱਚੀ ਬਾਣੀ ਨਾਲ ਆਪਣਾ ਚਿੱਤ ਲਾ ਲੈਂਦੇ ਨੇ, ਸੁਰਤ ਜੋੜ ਲੈਂਦੇ ਨੇ। ਜਿਨ੍ਹਾਂ ਨੂੰ ਗੁਰੂ ਆਪਣੇ ਚਰਨੀ ਲਾ ਲੈਂਦਾ ਹੈ ਉਹ ਫਿਰ ਬੇਖੌਫ ਹੋ ਕੇ, ਉਹਨਾਂ ਨੂੰ ਤੇ ਮੌਤ ਦਾ ਵੀ ਭੈ ਨਹੀਂ ਰਹਿੰਦਾ। ਉਹ ਜਿੱਧਰ ਵੀ ਮੂੰਹ ਕਰਕੇ ਤੁਰਦੇ ਨੇ, ਜਿੱਧਰ ਵੀ ਕਦਮ ਉਹਨਾਂ ਦੇ ਚੱਲਦੇ ਨੇ, ਉਹਨਾਂ ਦੇ ਰਾਹ ਵਿੱਚ ਸੁੱਖ ਹੀ ਸੁੱਖ ਵਰਤਦਾ ਹੈ। ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਪ੍ਰਭੂ ਦਾ ਮੇਲਾ ਉਹਨਾਂ ਨੂੰ ਹੋ ਜਾਂਦਾ ਹੈ। ਭੱਟ ਜੀ ਨੇ ਜੋ ਬਰੀਕੀਆਂ ਨਾਲ ਸਮਝਾਉਣ ਦਾ ਯਤਨ ਕੀਤਾ, ਗੁਰੂ ਸਾਹਿਬ ਜੀ ਦੀ ਮੱਤ ਲੈ ਕੇ ਨਿਮਾਣੀ ਜਿਹੀ ਮੱਤ ਨਾਲ ਅੱਗੇ ਸਮਝਣ ਤੇ ਸਮਝਾਉਣ ਦਾ ਯਤਨ ਜਿਹੜਾ ਹੈ ਉਹ ਕੀਤਾ। ਗੁਰੂ ਸਾਹਿਬ ਸਾਡੇ ਤੁਹਾਡੇ ਸਾਰਿਆਂ ਤੇ ਬਖਸ਼ਿਸ਼ ਕਰਨ, ਅੰਦਰ ਦੀ ਨਫ਼ਰਤ ਨੂੰ ਮਿਟਾ ਕੇ, ਵਹਿਮਾਂ ਭਰਮਾਂ ਵਿੱਚੋਂ ਨਿਕਲ ਕੇ ਇੱਕ ਪੰਥ ਦੇ ਪਾਂਧੀ ਬਣ ਕੇ ਸਮਰੱਥ ਗੁਰੂ ਦੇ ਚਰਨਾਂ 'ਚ ਆ ਕੇ ਇਹ ਬੇਨਤੀਆਂ ਕਰੀਏ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ
ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ, ਤੁਮ ਹੀ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ। ਇਹ ਸਾਡੀ ਤੁਹਾਡੀ ਅਰਦਾਸ ਸਮਰੱਥ ਗੁਰੂ ਸਾਹਿਬ ਦੇ ਚਰਨਾਂ 'ਚ ਹੈ। ਇੱਥੇ ਆ ਕੇ ਅਸੀਂ ਬਾਣੀ ਦੇ ਰੰਗ ਵਿੱਚ ਰਤੇ ਜਾਈਏ। ਜਿਸ ਦਿਨ ਮਨ ਸੁਰਤ ਚਿੱਤ ਕਰਕੇ ਰੰਗੇ ਜਾਵਾਂਗੇ, ਉਸ ਦਿਨ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਜਾਏਗਾ। ਸਭਨਾਂ ਉੱਤੇ ਸਤਿਗੁਰੂ ਜੀ ਆਪਣਾ ਮਿਹਰ ਦਾ ਹੱਥ ਰੱਖ ਕੇ ਬਾਣੀ ਤੇ ਬਾਣੀ ਦੇ ਧਾਰਨੀ ਬਣਾ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਅੱਜ ਦੀ ਜੋ ਵਿਚਾਰ ਹੈ ਉਹ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਗੁਰੂ ਰੂਪ ਸਾਧ ਸੰਗਤ ਜੀ, ਇੱਕ ਬੇਨਤੀ ਹੈ, ਸਮੇਂ ਦੇ ਮੁਤਾਬਕ ਜੋ ਸ਼ਾਮ ਦਾ ਸਮਾਂ ਹੈ ਉਹਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਜਿਹੜੀ ਹੈ ਉਹ ਲਿਆਂਦੀ ਗਈ ਹੈ। ਸ਼ਾਮ ਦੇ ਦੀਵਾਨਾਂ ਵਿੱਚ ਸੋਧਰ ਰਹਿਰਾ ਸਾਹਿਬ ਜੀ ਦਾ ਪਾਠ 6:55 ਤੇ ਆਰੰਭ ਹੋਵੇਗਾ ਔਰ ਜੋ ਗੁਰਬਾਣੀ ਰੱਬੀ ਬਾਣੀ ਦਾ ਜੋ ਕੀਰਤਨ ਹੈ ਉਹਦੀ ਜਿਹੜੀ ਹੈ ਇਸ ਅਸਥਾਨ ਤੇ ਆਰੰਭਤਾ ਸੋਧਰ ਰਹਿਰਾਸ ਦੀ ਬਾਣੀ ਤੋਂ ਬਾਅਦ ਹੋਏਗੀ। ਔਰ ਜਿਹੜੀ ਕਥਾ ਵਿਚਾਰ ਇਤਿਹਾਸ ਦੀ ਸ਼ਾਮ ਨੂੰ ਹੁੰਦੀ ਹੈ ਉਹ ਪਹਿਲੇ 8:30 ਵਜੇ ਹੁੰਦੀ ਸੀ, ਅੱਜ ਤੋਂ 8:15 ਵਜੇ ਤੋਂ ਲੈ ਕੇ 9:10 ਤੱਕ ਇਤਿਹਾਸ ਦੀ ਕਥਾ ਵਿਚਾਰ ਹੋਏਗੀ। ਫਿਰ ਉਸ ਤੋਂ ਬਾਅਦ ਗੁਰਬਾਣੀ ਕੀਰਤਨ ਤੇ ਸੰਪੂਰਨ ਸਮਾਪਤੀ ਜਿਹੜੀ ਹੈ ਉਹ 9:45 ਵਜੇ ਅੱਜ ਤੋਂ ਹੋਇਆ ਕਰੇਗੀ। ਸਮੇਂ ਦੇ ਮੁਤਾਬਕ ਇਹ ਤਬਦੀਲੀ ਕੀਤੀ ਗਈ ਹੈ, ਆਪ ਜੀ ਨੋਟ ਕਰ ਲੈਣਾ। ਭੱਟ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਮਥੁਰਾ ਭਨ ਭਾਗ ਭਲੇ ਉਨਕੇ, ਮਨ ਇੱਛਤ ਹੀ ਫਲ ਪਾਵਤ ਹੈ। ਰਵ ਕੇ ਸੁਤ ਕੋ ਤਿਨ ਤਰਾਸ ਕਹਾ, ਜੋ ਚਰਨ ਗੁਰੂ ਚਿਤ ਲਾਵਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।